ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਹਰ ਰੋਜ਼ ਦੀ ਤਰ੍ਹਾਂ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਪ੍ਰਾਪਤ ਹੋਈਆਂ ਨੇ। ਮਹਾਨ ਵਿਦਵਾਨ ਪੰਥ ਰਤਨ ਗਿਆਨੀ ਗਿਆਨ ਸਿੰਘ ਜੀ ਦੁਆਰਾ ਰਚਿਤ ਤਵਾਰੀਖ ਗੁਰੂ ਖਾਲਸਾ ਗ੍ਰੰਥ ਦੀ ਜੋ ਕਥਾ ਵਾਰਤਕ ਸਾਖੀਆਂ ਆਪਾਂ ਤੀਜੇ ਹਿੱਸੇ ਦੀ ਜੋ ਕਥਾ ਹੈ ਰਾਜ ਖਾਲਸਾ ਦੇ ਦੂਜਾ ਭਾਗ ਜਿਹਦੇ ਵਿੱਚ ਪਟਿਆਲੇ ਰਾਜ ਘਰਾਣੇ ਦਾ ਇਤਿਹਾਸ ਆਪਾਂ ਫੂਲਕੀਆ ਵੰਸ਼ ਜਿਹੜੀ ਫੂਲਕੀਆ ਮਿਸਲ ਹੈ ਉਹ ਇਤਿਹਾਸ ਪੜ੍ਹਦੇ ਹਾਂ। ਪਹਿਲਾਂ ਪਟਿਆਲੇ ਦਾ ਜਿਹੜਾ ਰਾਜ ਘਰਾਣਾ ਹੈ ਉਹਦੇ ਪ੍ਰਸੰਗ ਚੱਲ ਰਹੇ ਹੈ ਕਿ ਉਹ ਸਮਾਂ ਜਦੋਂ ਰਾਜਾ ਕਲਕੱਤਿਓਂ ਵਾਪਸ ਨਰਿੰਦਰ ਸਿੰਘ ਪਟਿਆਲੇ ਪਹੁੰਚਦਾ ਹੈ। ਉਹ ਸਮਾਂ ਸੀ 1914 ਬਿਕਰਮੀ ਸੰਮਤ ਹੈ। 1857 ਈਸਵੀ ਸਨ ਹਿੰਦੀ ਫੌਜਾਂ ਨੇ ਜਿਹੜਾ ਹੈ ਗਦਰ ਕਰਤਾ। ਔਰ ਇਸ ਗਦਰ ਦੇ ਵਿੱਚ ਮਹਾਰਾਜਾ ਨਰਿੰਦਰ ਸਿੰਘ ਨੇ ਬਿਨਾਂ ਕਿਸੇ ਸੋਚ ਵਿਚਾਰ ਜਾਂ ਹੀਲ ਦਲੀਲ ਦੇ ਆਪਣੇ ਸਾਰੇ ਵਸੀਲੇ ਸਰਕਾਰ ਅੰਗਰੇਜ਼ੀ ਦੇ ਹਵਾਲੇ ਕਰਤੇ। ਤੇ ਇਸ ਤਰ੍ਹਾਂ ਦੇ ਨਾਲ ਪਟਿਆਲੇ ਦੇ ਵੱਲੋਂ ਇਸ ਖੌਫ ਤੇ ਖਤਰੇ ਦੇ ਵੇਲੇ ਜਦ ਕਿ ਪੱਤਾ ਪੱਤਾ ਅੰਗਰੇਜ਼ਾਂ ਦਾ ਵੈਰੀ ਹੋ ਰਿਹਾ ਸੀ ਇਹ ਮਦਦ ਦੇ ਕੇ ਬਚਾ ਲਿਆ। ਨਹੀਂ ਤਾਂ ਅੰਗਰੇਜ਼ਾਂ ਵਾਸਤੇ ਸਮਾਂ ਬੜਾ ਕਠਿਨ ਸੀ। ਮਾਲਵੇ ਦੇ ਸਿੱਖ ਮਹਾਰਾਜੇ ਪਟਿਆਲੇ ਨੂੰ ਆਪਣਾ ਲੀਡਰ ਸਮਝਦੇ ਸੀ। ਇਸ ਕਰਕੇ ਇਹਨਾਂ ਨੇ ਇਸ ਗਦਰ ਦੇ ਵਿੱਚ ਅੰਗਰੇਜ਼ੀ ਸਰਕਾਰ ਦੀ ਵੀ ਫਿਰ ਸਹਾਇਤਾ ਕੀਤੀ। ਉਹ ਕਹਿੰਦੇ ਨੇ ਜਿਸ ਵੇਲੇ ਇਹਨਾਂ ਦੀ ਗਦਰ ਦੀ ਖਬਰ ਮਿਲੀ ਉਸ ਵੇਲੇ ਇਹਨਾਂ ਨੇ ਅੰਬਾਲਾ ਤੇ ਮੇਰਠ ਵੱਲ ਨੂੰ ਕੂਚ ਕਰ ਦਿੱਤਾ ਕਿਉਂਕਿ ਇੱਥੇ ਹੀ ਫਸਾਦ ਫੁੱਟਿਆ ਸੀ। ਨੌ ਅਸੈਂਬਲੀ ਦੇ ਮੁਕਾਮ ਤੇ ਪਹੁੰਚ ਕੇ ਹਾਥੀ ਊਠ ਘੋੜੇ ਛਕੜੇ ਸਪਾਟੂ ਕਸੌਲੀ ਡਕਸਾਈ ਆਦਿਕ ਇਹਨਾਂ ਸਥਾਨਾਂ ਤੋਂ ਅੰਗਰੇਜ਼ੀ ਫੌਜ ਨੇ ਜਿੰਨੇ ਵੀ ਆ ਉਹ ਲਿਆ ਕੇ ਕਾਲਕਾ ਵੱਲ ਭੇਜਤੇ। ਫਿਰ ਇੱਥੋਂ ਥਾਨੇਸਰ ਪਹੁੰਚ ਕੇ ਮਹਾਰਾਜਾ ਸਾਹਿਬ ਨੇ 1300 ਸਿਪਾਹਾ 4 ਤੋਪਾਂ ਉੱਥੇ ਛੱਡੀਆਂ ਤੇ ਇਸ ਜ਼ਿਲ੍ਹੇ ਦੀ ਰਾਖੀ ਕੀਤੀ। ਸਾਹਿਬ ਕਮਿਸ਼ਨਰ ਅੰਬਾਲਾ ਦੀ ਰਾਏ ਮਹਾਰਾਜਾ
ਸਾਹਿਬ ਨਰਿੰਦਰ ਸਿੰਘ ਦੀ ਬਾਬਤ ਬਹੁਤ ਚੰਗੀ ਸੀ, ਜੋ ਇਸ ਤਰ੍ਹਾਂ ਉਹਨੇ ਕਿਹਾ ਕਿ ਇਹ ਸਚਾਈ ਤੇ ਖੈਰ ਖਾਹੀ ਦਾ ਵਰਤਾਓ ਇਸ ਸਮੇਂ ਵਿੱਚ ਸਾਡੇ ਵਾਸਤੇ ਬੇਹੱਦ ਲਾਭਦਾਇਕ ਸੀ। ਲੋਕਾਂ ਦੇ ਦਿਲ ਇਸ ਤਰ੍ਹਾਂ ਦੀਆਂ ਅਫਵਾਹਾਂ ਕਈ ਸੁਣ ਕੇ ਪਾਟੇ ਹੋਏ ਸਨ ਕਿ ਚਰਬੀ ਦੇ ਕਾਰਤੂਸ ਵਰਤਣ, ਆਟੇ ਵਿੱਚ ਮਿਲਾਓ ਕਰਨ ਤੇ ਹੋਰ ਢੰਗਾਂ ਦੇ ਨਾਲ ਅੰਗਰੇਜ਼ ਸਾਨੂੰ ਬੇਦੀਨ ਕਰਨਾ ਚਾਹੁੰਦੇ ਆ। ਪਰ ਜਦ ਮਹਾਰਾਜਾ ਸਾਹਿਬ ਜੁਰਤ ਕਰਕੇ ਸਾਡੇ ਵੱਲ ਹੋ ਗਏ, ਤਦ ਲੋਕਾਂ ਵਿੱਚ ਇਹਨਾਂ ਫਸਾਦ ਪਾਉਣ ਵਾਲੀਆਂ ਗੱਲਾਂ ਦਾ ਅਸਰ ਘਟ ਗਿਆ, ਕਿਉਂਕਿ ਮਹਾਰਾਜਾ ਨਰਿੰਦਰ ਸਿੰਘ ਪੱਕੇ ਸਿੱਖ ਸਨ। ਉਹਨਾਂ ਦਾ ਮਨੋਰਥ ਵਾਹਿਗੁਰੂ ਦੀ ਭਗਤੀ ਚੱਲਣ ਤੇ ਢੰਗ ਵੀ ਮਾਣ ਤੇ ਪ੍ਰਸ਼ੰਸਾਯੋਗ ਸੀ। ਇਸ ਕਰਕੇ ਉਹਨਾਂ ਲਿਖਿਆ ਕਿ ਮਹਾਰਾਜਾ ਸਾਹਿਬ ਦੀ ਇਮਦਾਦ ਸਾਡੇ ਵਾਸਤੇ ਅੰਗਰੇਜ਼ੀ ਫੌਜ ਦੇ ਬ੍ਰਿਗੇਡ ਬਰਾਬਰ ਸੀ। ਜੇ ਕਦੀ ਅੰਗਰੇਜ਼ਾਂ ਦੇ 100 ਅਫਸਰ ਵੀ ਇਹਨਾਂ ਅਫਵਾਹਾਂ ਨੂੰ ਦੂਰ ਕਰਨ ਦੇ ਲੱਗਦੇ ਤਾਂ ਉਹਨਾਂ ਉਸ ਦਾ ਅਸਰ ਨਾ ਹੁੰਦਾ ਜਿੰਨਾ ਮਹਾਰਾਜੇ ਨਰਿੰਦਰ ਸਿੰਘ ਪਟਿਆਲੇ ਦੀ ਦੋਸਤੀ ਨਾਲ ਹੋਇਆ। ਕਰਨਾਲ ਦੇ ਜ਼ਿਲ੍ਹੇ ਅੰਬਾਲਾ ਛਾਵਣੀ ਤੇ ਕਰਨਾਲ ਤੇ ਫਲੌਰ ਦੇ ਵਿਚਕਾਰ ਇਹ ਵੱਡੀ ਸੜਕ ਮਹਿਫੂਜ਼ ਰੱਖਣ ਤੋਂ ਬਿਨਾਂ ਮਹਾਰਾਜੇ ਨਰਿੰਦਰ ਸਿੰਘ ਨੇ 500 ਸਵਾਰ ਤੇ ਪਿਆਦੇ ਸਰਦਾਰ ਪ੍ਰਤਾਪ ਸਿੰਘ ਦੀ ਮਤਹਿਤੀ ਦੇ ਵਿੱਚ ਦਿੱਲੀ ਦੇ ਮੋਰਚੇ ਤੇ ਭੇਜੇ ਸੀ। ਇੱਕ ਦਸਤਾ ਫੌਜ ਜਨਰਲ ਵਾਨਕੋਟ ਦੇ ਰੋਹਤਕ ਹਿਸਾਰ ਸਰਸਾ ਵੱਲ ਪ੍ਰਬੰਧ ਲਈ ਭੇਜਿਆ। ਪਹਿਲੀ ਸਿਪਾਹ ਨੇ ਦਿੱਲੀ ਦੀ ਲੜਾਈ ਵਿੱਚ ਬੜੀ ਪ੍ਰਸ਼ੰਸਾਯੋਗ ਖਿਦਮਤ ਕੀਤੀ। ਜਨਰਲ ਵਿਲਨਸ ਮਹਾਰਾਜਾ ਸਾਹਿਬ ਦੀ ਫੌਜ ਦੀ ਬਹਾਦਰੀ ਦੀ ਸੇਵਾ ਦੀ ਬਾਬਤ ਮਹਾਰਾਜੇ ਨਰਿੰਦਰ ਸਿੰਘ ਦਾ ਧੰਨਵਾਦ ਕੀਤਾ ਔਰ ਇਸੇ ਤਰ੍ਹਾਂ ਸਹਾਰਨਪੁਰ, ਜਗਾਦਰੀ ਤੇ ਫਿਰੋਜ਼ਪੁਰ ਇਤਿਆਦਿਕ ਸਥਾਨਾਂ ਦੇ ਵਿੱਚ ਪਟਿਆਲੇ ਦੀ ਸਿਪਾਹ ਨੇ ਬਹੁਤ ਮਦਦ ਦਿੱਤੀ। ਖਾਸ ਕਰਕੇ ਫਿਰੋਜ਼ਪੁਰ ਦੇ ਟਾਕਰੇ ਵਿੱਚ 10 ਰਸਾਲੇ ਦੇ ਨਾਲ ਲੜਾਈ ਦੇ ਵੇਲੇ ਤਾਂ ਪਟਿਆਲੇ ਦੀ ਸਿਪਾਹ ਨੂੰ ਬਹੁਤ ਨੁਕਸਾਨ ਵੀ ਪਹੁੰਚਿਆ ਤੇ ਕਈ ਆਦਮੀ ਫੱਟੜ ਹੋਏ। ਰਸਦ ਤੇ ਸਿਪਾਹ ਤੋਂ ਬਿਨਾਂ ਮਹਾਰਾਜੇ ਪਟਿਆਲੇ ਨੇ 5 ਲੱਖ ਰੁਪਏ ਦੀ ਨਗਦ ਮਦਦ ਅੰਗਰੇਜ਼ਾਂ ਨੂੰ ਦਿੱਤੀ। ਮਸ਼ਹੂਰ ਸਰਦਾਰਾਂ ਦੇ ਨਾਲ ਜੋ ਫੌਜ ਮਦਦ ਲਈ ਦਿੱਤੀ, ਉਹਨਾਂ ਦਾ ਵੇਰਵਾ ਗਿਆਨੀ ਜੀ ਦਿੰਦੇ ਨੇ ਕਿ 8 ਤੋਪਾਂ ਤੇ 2156 ਸਵਾਰ, 2846 ਪੈਦਲ ਸਿਪਾਹੀ ਤੇ 156 ਅਹੁਦੇਦਾਰ। ਸਰਦਾਰ ਸਿੰਘ ਸੈਯਦ ਮੁਹੰਮਦ ਹਸਨ ਦਿੱਲੀ ਵਿੱਚ ਨਿਯਤ ਸਿਪਾਹ ਦੇ ਅਫਸਰ ਸੀ। ਇਸੇ ਤਰ੍ਹਾਂ ਕੰਵਰਦੀਪ ਸਿੰਘ ਸਾਹਿਬ ਬਹਾਦਰ ਥਾਨੇਸਰ ਵਾਲਿਆਂ ਦੇ ਲੜਕੇ, ਸਰਦਾਰ ਬੀਰਾ ਸਿੰਘ ਹਜ਼ਾਰਾ ਸਿੰਘ ਅਵਾਲੇ ਵਾਲੇ ਦੇ, ਸਰਦਾਰ ਕਰਮ ਸਿੰਘ ਕਾਹਨ ਸਿੰਘ ਹਿਸਾਰ ਦੇ, ਸਰਦਾਰ ਜੀਵਨ ਸਿੰਘ ਕਾਲੇਕਮ ਫਿਰੋਜ਼ਪੁਰ ਦੇ, ਸਰਦਾਰ ਦਾਰਦਲ ਸਿੰਘ ਤੇ ਫਤਿਹ ਸਿੰਘ ਬਾਗੜੀਆਂ ਵਾਲੇ ਹਾਂਸੀ ਦੇ। ਇਸ ਸਹਾਇਤਾ ਦਾ ਫਿਰ ਇਹ ਸਿੱਟਾ ਨਿਕਲਿਆ ਕਿ ਜਿੱਥੇ ਜਿੱਥੇ ਫਸਾਦ ਹੋਏ ਸੀ ਉੱਥੇ ਉੱਥੇ ਦਬ ਗਏ। ਦਿੱਲੀ ਫਤਿਹ ਹੋ ਗਈ ਤੇ ਅਵਧ ਦੇ ਟਾਕਰੇ ਤੇ ਪੰਜਾਬ ਵਿੱਚ ਬਿਲਕੁਲ ਅਮਨ ਹੋ ਗਿਆ। ਇਹ ਤੋਂ ਪਿੱਛੋਂ 1858 ਦੇ ਵਿੱਚ ਧੌਲਪੁਰ ਦੇ ਵਿੱਚ ਜਿੱਥੇ ਮਹਾਰਾਜੇ ਨਰਿੰਦਰ ਸਿੰਘ ਦੀ ਲੜਕੀ ਵਿਆਹੀ ਹੋਈ ਸੀ, ਉੱਥੇ ਗੜਬੜ ਹੋ ਗਈ ਤਾਂ ਮਹਾਰਾਜੇ ਪਟਿਆਲੇ ਦੀ ਫੌਜ ਨੇ ਉਸ ਝਗੜੇ ਨੂੰ ਸ਼ਾਂਤ ਕੀਤਾ। ਸਰਕਾਰ ਅੰਗਰੇਜ਼ੀ ਨੇ ਪਟਿਆਲੇ ਮਹਾਰਾਜੇ ਦੀਆਂ ਇਹਨਾਂ ਸੇਵਾ ਨੂੰ ਮੁੱਖ ਰੱਖ ਕੇ ਫਸਾਦ ਮੁੱਕਣ ਦੇ ਮਗਰੋਂ ਫਿਰ ਫਰਜ਼ਿੰਦੇ ਖਾਸ ਦੌਲਤ ਇੰਗਲਿਸਤਾਨ ਤੋਂ ਮਨਸੂਰ ਉਲ ਜ਼ਮਾਨ ਅਮੀਰ ਉਲ ਉਮਰਾ, ਇਹ ਇੱਕ ਖਿਤਾਬ ਦਾ ਨਾਂ ਸੀ ਜਿਹੜਾ ਇਹ ਦਿੱਤਾ ਗਿਆ। ਕਦਰਦਾਨੀ ਵੱਲੋਂ ਨਾਰਨੌਰ ਦਾ ਜਿਹੜਾ 2 ਲੱਖ ਦਾ ਪਰਗਣਾ ਹੈ, ਜਿਹੜਾ ਨਵਾਬ ਅਬਦੁੱਲੇ ਖਾਂ ਝੱਜਰ ਵਾਲੇ ਦਾ ਸਰਕਾਰ ਨੇ ਜ਼ਬਤ ਕੀਤਾ ਹੋਇਆ ਸੀ, ਉਹ ਦਿੱਤਾ ਤੇ ਇੱਕ ਮਕਾਨ ਜਿਹਦਾ ਨਾਮ ਜੀਨਤ ਮਹੱਲ ਹੈ, ਜਿਹਦੇ ਵਿੱਚ ਦਿੱਲੀ ਦੇ ਬਾਦਸ਼ਾਹ ਦੀ ਬੇਗਮ ਰਹਿੰਦੀ ਸੀ, ਸਨਦ ਦੇ ਸਮੇਤ ਉਹ ਵੀ ਦਿੱਤਾ ਗਿਆ। ਫਿਰ ਸਨਦ ਦੀ ਜਿਹੜੀ ਨਕਲ ਮਲਕੀਅਤ ਇੰਤਕਾਲ ਪਰਗਣਾ ਕਨੋਵੜ ਬੁੱਧਵਾਨਾ ਖਮਾਨੋ ਨਾਮ ਫਰਜਿੰਦੇ ਖਾਸ ਦੌਲਤ ਇੰਗਲਿਸ਼ੀਆ ਮਨਸੂਰ ਉਲ ਜਾਮਾਨ ਅਮੀਰ ਉਲ ਉਮਰਾ ਮਹਾਰਾਜਾ ਅਧਿਰਾਜਾ ਰਾਜੇਸ਼ਵਰ ਸ੍ਰੀ ਮਹਾਰਾਜਾ ਗਾਨ ਨਰਿੰਦਰ ਸਿੰਘ ਮਹਿੰਦਰ ਬਹਾਦਰ, ਇਹ ਖਿਤਾਬ ਦਾ ਨਾਂ। ਇਹਨਾਂ ਵੱਲੋਂ ਨਵਾਬ ਮੁਸਤ ਤਾਬ ਮੁਅੱਲਾ ਅਲਕਾਬ ਵੈਸਰਾਏ ਤੇ
ਗਵਰਨਰ ਜਨਰਲ ਬਹਾਦਰ ਹਮੇਸ਼ਾ ਅਬਕਾਲ ਹੋਵੇ। ਇਹ ਫਾਰਸੀ ਦੇ ਸ਼ਬਦ ਨੇ। ਪੁਰਾਣੇ ਸਮਿਆਂ ਵਿੱਚ ਉਦੋਂ ਅਜੇ ਫਾਰਸੀ ਲਿਖਤ ਸੀ, ਜਿਵੇਂ ਹੁਣ ਵੀ ਆਪਾਂ ਵੇਖਦੇ ਹਾਂ ਜਿਹੜੇ ਮਾਲ ਮਹਿਕਮੇ ਦਾ ਕੰਮ ਉਹਦੇ ਵਿੱਚ ਫਾਰਸੀ ਦੇ ਸ਼ਬਦ ਜਿਹੜੇ ਆ ਹੁਣ ਤੱਕ ਵੀ ਵਰਤੇ ਜਾਂਦੇ ਆ। ਪੰਜਾਬੀ ਦਾ ਢੰਡੋਰਾ ਪਿੱਟਣ ਵਾਲੀਆਂ ਸਰਕਾਰਾਂ ਵੀ ਪੰਜਾਬੀ ਦੇ ਲਫ਼ਜ਼ ਲਾਗੂ ਨਹੀਂ ਕਰ ਸਕੀਆਂ। ਅੱਜ ਵੀ ਤੁਸੀਂ ਕੋਈ ਤਹਿਸੀਲ ਦੇ ਕੰਮ ਵਿੱਚ ਚਲੇ ਜਾਓ, ਉੱਥੇ ਸਾਰੇ ਸ਼ਬਦ ਜਿਹੜੇ ਉਰਦੂ ਜਾਂ ਫਾਰਸੀ ਦੇ ਤੁਹਾਨੂੰ ਮਿਲਣਗੇ। ਤੋ ਰਹੋ ਵਿਚਾਰ ਇਸ ਤਰ੍ਹਾਂ। ਉਦੋਂ ਤਾਂ ਚਲੋ ਇਹ ਪ੍ਰਚਲਿਤ ਸੀ, ਹੁਣ ਤਾਂ ਆਪਾਂ ਕਹਿੰਦੇ ਆ ਵੀ ਪੰਜਾਬੀ ਹੈ, ਪੰਜਾਬ ਹੈ। ਫਿਰ ਵੀ ਇਹ ਜਿਹੜੇ ਸ਼ਬਦਾਂ ਦੀ ਬਦਲੀ ਨਹੀਂ ਹੈ ਹੋ ਰਹੀ। ਉਸ ਸਮੇਂ ਇਹ ਜਿਹੜੇ ਆ ਖਿਤਾਬ ਮਿਲੇ, ਇਸ ਕਰਕੇ ਉਹਨਾਂ ਲਿਖਿਆ ਕਿ ਇਸ ਮੁਲਕ ਹਿੰਦ ਦੇ ਵਿੱਚ ਸਰਕਾਰੇ ਪਾਏਦਾਰ ਤੇ ਤਸਲਤ ਦੇ ਸਮੇਂ ਤੋਂ ਸ੍ਰੀ ਮਹਾਰਾਜਾ ਸਾਹਿਬ ਮਹਿੰਦਰ ਬਹਾਦਰ ਤੇ ਇਹਨਾਂ ਦੇ ਬਜ਼ੁਰਗ ਦੇ ਦਿਲ ਵਿੱਚ ਨੇਕ ਖਿਆਲ ਤੇ ਚੰਗੇ ਇਰਾਦੇ ਸਰਕਾਰ ਬਾਬਤ ਦਿਲ ਵਿੱਚ ਰਹੇ ਨੇ। ਇਸ ਕਰਕੇ ਵੱਡੇ ਮੀਰ ਜਨਾਬ ਵੈਸਰਾਏ ਤੇ ਗਵਰਨਰ ਜਨਰਲ ਬਹਾਦਰ ਮੁਲਕ ਹਿੰਦੁਸਤਾਨ ਹਰ ਤਰ੍ਹਾਂ ਦੇ ਨਾਲ ਸ੍ਰੀ ਮਹਾਰਾਜਾ ਸਾਹਿਬ ਮਹਿੰਦਰ ਦੀ ਬਹਾਦਰੀ ਦੀ ਦਿਲ ਦੀ ਖੁਸ਼ੀ ਦਾ ਲਿਹਾਜ਼ ਜੋ ਹੋਰ ਮਿਹਰਬਾਨੀ ਕਰਕੇ 110 ਪਿੰਡਾਂ, ਪਰਗਣਾ, ਕਨੋਡੋ ਤੇ ਬੁੱਧਵਾਨਾ, ਕੁੱਲ ਆਮਦਨ, ਨਜਰਾਨਾ ਤੇ ਪਰਗਣਾ ਖਮਾਣੂ ਸਮੇਤ ਯਾਰ ਕਮਿਊਟੇਸ਼ਨ, ਹੱਕ ਲਾਵਲ ਦੀ ਫੌਜਦਾਰੀ ਆਦਿਕ ਸਾਰੇ ਕਾਰਨਾਂ ਸਮੇਤ 1,76,960 ਰੁਪਈਏ ਦੇ ਬਦਲੇ ਮਹਾਰਾਜਾ ਸਾਹਿਬ ਨੂੰ ਦਿੱਤੇ। ਔਰ ਇਹ ਸ਼ਰਤਾਂ ਲਿਖੀਆਂ ਗਈਆਂ। ਪਹਿਲੀ ਕਿ ਇਲਾਕਾ ਜਿਹੜਾ ਹੈ ਸਾਰਾ ਮਹਾਰਾਜਾ ਸਾਹਿਬ ਮਹਿੰਦਰ ਬਹਾਦਰ ਤੇ ਉਹਨਾਂ ਦੇ ਜਾਨਸ਼ੀਨਾਂ ਤੇ ਉਹਨਾਂ ਦੀ ਸੰਤਾਨ ਕੋਲ ਰਹੂਗਾ। ਜੋ ਹੱਕ ਮਾਲੀ, ਮੁਲਕੀ ਹਕੂਮਤ, ਫੌਜਦਾਰੀ ਆਦਿਕ ਮੌਰੂਸੀ ਮੁਲਕ ਬਾਬਤ ਬਾਮੂਜਬ 5 ਮਈ ਸਨ 1860 ਮਹਾਰਾਜਾ ਸਾਹਿਬ ਬਹਾਦਰ ਤੇ ਮਹਾਰਾਜਾ ਸਾਹਿਬ ਦੇ ਜਾਨਸ਼ੀਨਾਂ ਨੂੰ ਪ੍ਰਾਪਤ ਹਨ, ਇਸ ਇਲਾਕੇ ਵਿੱਚ ਵੀ ਉਹੀ ਹੱਕ ਸਾਰੇ ਪ੍ਰਾਪਤ ਹੋਣਗੇ। ਤੀਜੀ ਸ਼ਰਤ ਉਹ ਕਿ ਜੋ 5 ਮਈ 1860 ਦੇ ਇਕਰਾਰਨਾਮੇ ਅਨੁਸਾਰ ਮਹਾਰਾਜਾ ਸਾਹਿਬ ਦੇ ਮੌਰੂਸੀ ਮੁਲਕ ਬਾਬਤ ਨੇ, ਇਹ ਇਲਾਕੇ ਤੇ ਵੀ ਹੋਣਗੀਆਂ। ਕਾਨੂਡੋ ਤੇ ਬੁੱਧਵਾਨਾਂ ਦੇ ਪਰਗਣੇ ਜਿਨ੍ਹਾਂ ਪਿੰਡਾਂ ਦੀ ਸੂਚੀ 4 ਜਨਵਰੀ 1861 ਨੂੰ ਹਜ਼ੂਰ ਹਿਜ਼ ਐਕਸੇਲੈਂਸੀ ਚਾਰਲਸ ਜਾਨ ਲਾਰਡ ਅਰਲ ਕੈਨਿੰਗ ਵੈਸਰਾਏ, ਇਹ 9 ਸੀ ਗਵਰਨਰ ਜਨਰਲ, ਇਹਦੇ ਆਦਮੀਆਂ ਦੇ ਦਸਤਖਤਾਂ ਦੇ ਨਾਲ ਇਹ ਤਿਆਰ ਹੋਈ। ਆਜਮਨਗਰ, ਅਕਬਰਪੁਰ, ਅਨਾਦਾਸ, ਅਗਹਾਰ, ਬਾਵੜਾ, ਬਦੜਾਈ, ਨਰਸਿੰਘਵਾਸ, ਬਸਈ, ਬਲਾਨਾ, ਬਲਾਚਾ, ਤਵਾਬਾ, ਅਫਗਾਨ, ਬੋਡੀਨ, ਭੋਰਚਾਟ, ਬੀਬੀਪੁਰ, ਅਮੀਰਦਾਸ, ਭਾਗਰਾਨ, ਬੋਜਦਾਸ, ਪੋਚੋਲੀ, ਬੋਚਨੀ, ਭਾਦੌਰ, ਉੱਚੀ ਭਾਦੌਰ, ਨੀਵੀਂ ਬੋਰੀ, ਪਾਤਰਾ, ਪਾਲੜੀ ਪਾਏਗਾ। ਕਿਉਂਕਿ ਉਹ ਲਿਖਣ ਮੌਕੇ ਜਿਹੜੇ ਇੰਗਲਿਸ਼ ਦੇ ਸ਼ਬਦ ਨੇ ਇਹਨਾਂ ਵਿੱਚ ਥੋੜਾ ਹੁਣ ਆਪਾਂ ਜਿਵੇਂ ਆਮ ਪਿੰਡਾਂ ਦੇ ਬੋਲੀ ਪੰਜਾਬੀ ਵਿੱਚ ਹੋਰ ਤਰ੍ਹਾਂ ਥੋੜਾ ਜਿਹਾ ਫਰਕ ਪੈਂਦਾ ਹੈ। ਕਿਉਂ ਬਟਾਰ ਦਾ ਸਪਾਲ, ਮਾਲੀ, ਪਲਾਤਵਾਨ, ਲੀਜਾਂਫ, ਛਾਜਾ ਦਾਸ, ਜਾਟ ਦਾਸ, ਜਾਸਾ ਦਾਸ, ਜਾਂਡ ਰਸਾ ਦਾਸ, ਜੋਤਾ ਦਾਸ, ਭਗਰੂ, ਝੋਕ, ਜੋਧੇਰ, ਚਲਾਂਕ, ਡੀਓ ਦਾਸ, ਡੋਲਾਨਾ, ਦੋਟੋਈਆ, ਹੀਰਾ ਦੇਵਲੀ, ਦੇਵਰਾਲ, ਡਾਲ ਨਿਵਾਸ, ਡਾਹੂ ਮੋਰ, ਢਾਨਾ, ਵਹਿ ਕਰੋਸਾ, ਸਰੋਲੀ, ਅਹੀਰਾ, ਸਰੋਲੀ, ਜੱਟ, ਰਾਮਪੁਰਾ, ਰੀਵਾਸਾ, ਰਾਣੀ ਦਾਸ, ਰਾਜਾ ਦਾਸ, ਜੇਰਪੁਰ, ਮਸਤਨਾਲੀ, ਇਹ ਇਲਾਕਿਆਂ ਦੇ ਨਾਂ ਨੇ। ਸੁਹਲੇਲਾ, ਸਿਆਣਾ, ਸਰਜੀ ਦਾਸ, ਰੋਹੀਨਾ ਗਲ, ਸਮਾਮ ਸੀ, ਮਿਊੜ, ਸੀਗੜਾ, ਸੀਗੜੀ, ਸੂਰਥੀ, ਲਾਨਾ, ਸੂਰਥੀ ਜਾਗੜਾ, ਸੂਰਥੀ, ਮਾਰਵੜ, ਧਾਨਾ, ਆਦਲਪੁਰ, ਸਮਾਲਪੁਰ, ਫਿਰੋਜ਼ਪੁਰ, ਫੈਜ਼ਾਬਾਦ, ਕਸਬਾ, ਕਨੋੜ, ਕੋਥਲ ਨਿੱਕੇ, ਕੋਥਲ ਵੱਡੇ, ਕੋਕਸੀ, ਖਾਨੋੜ, ਖਾਲੀਦਾਸ, ਖਟਰਾ, ਖਰੋਲੀ, ਖੇੜਾ ਕੇ ਮਲਾ, ਕਵਾਰ ਦਿੱਤਾ, ਖਾਲੂਡਰਾ, ਖੀਰਕੀ, ਖੜਖੜਾ, ਕੀਓਦਾਨਾ, ਖੇੜੀ, ਗਾਦੜਾਸ, ਗਮਟਰੀ, ਗਿਰਾਨ ਹੈ, ਗੋਪਾਲ ਦਾਸ, ਕਾਖਨਾ ਦਾਸ, ਇਹ ਜਿਹੜੇ ਇਲਾਕੇ ਆ। ਕਲਾਬਲਾ, ਲਹੋਦੜਾ, ਲਾਵਨ, ਮਾਲੜਾ, ਮਾਂਡਵਾਲਾ, ਮਾਜਰਾ, ਮਹਿਗਨ ਦਾਸ, ਬੰਟੀ,
ਨਾਹਲਾ ਦਾਸ, ਕਾਨਕ ਉਦਾਸ, ਨਾਗਲ ਵਾਲਾ, ਨਾਤ ਵਾਨੀ, ਨੁਤਾਨਾ, ਨੁਰੰਗਾਬਾਦ, ਪਟਵੇੜਾ, ਬੇਨੀ ਹੋਵਨਾ। ਇਹ ਜਿੰਨੇ ਇਲਾਕੇ ਤੇ ਫਿਰ ਖਮਾਣੋਂ ਪਰਗਣੇ ਦੇ ਪਿੰਡਾਂ ਦੀ ਸੂਚੀ 4 ਜਨਵਰੀ ਦੀ ਸਨਦ ਦੇ ਨਾਲ ਸ਼ਾਮਲ ਕੀਤੀ। ਅਮਰਾਲਾ, ਬਰਾਜਧਾਨ, ਬਣੀ ਪਾਟ, ਬੜੀ, ਖਮਾਣੂ, ਬਸੀ, ਬਿਲਾਸਪੁਰ, ਸ਼ਾਮੀ, ਭੋਟਾ, ਮੋਹਲੇ ਮਾਜਰਾ, ਠੀਕਰੀ ਵਾਲਾ, ਛੋਟਾ ਜਟਾਨਾ, ਛੋਟੀ ਬਾਟ, ਰਮੌਨ ਜਰਾ, ਰਾਮਖੇੜਾ, ਰਾਮਗੜ੍ਹ ਦੂਜਾ, ਹਤੂਨ, ਰਾਏਪੁਰ। ਫਿਰ ਅੰਬਾਲੇ ਦੇ ਜਿਹੜੇ ਮੁਕਾਮ ਹੈ ਉੱਥੋਂ ਤੇ ਸਤਲੁਜ ਤੇ ਉਹਦੇ ਪਾਸੇ ਦੇ ਰਾਜਿਆਂ ਦੇ ਪਹਾੜੀ ਰਿਹਾਇਸ਼ਾਂ ਨਾਲੇ ਕਾਮ ਦਰਬਾਰ ਦੇ ਵਿੱਚ ਮੁਲਾਕਾਤ ਕੀਤੀ। ਤਾਂ ਉਸ ਵੇਲੇ ਵੈਸਰਾਏ ਨੇ ਖਿਲਤ ਦੇਣ ਦੇ ਵੇਲੇ ਮਹਾਰਾਜੇ ਪਟਿਆਲੇ ਨੂੰ ਖਾਸ ਤੌਰ ਤੇ ਸੰਬੋਧਨ ਕਰਕੇ ਤਕਰੀਰ ਵਿੱਚ ਇਹ ਗੱਲ ਕਹੀ ਵੀ ਮਹਾਰਾਜ ਸਾਹਿਬ ਪਟਿਆਲਾ, ਮੈਂ ਇਸ ਗੱਲ ਤੋਂ ਬੜਾ ਖੁਸ਼ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ ਕਿ ਤੁਹਾਡਾ ਪ੍ਰਗਟ ਰੂਪ ਵਿੱਚ ਉਹਨਾਂ ਖਿਦਮਤਾਂ ਲਈ ਧੰਨਵਾਦ ਕਰਾਂ ਜੋ ਤੁਸਾਂ ਸ਼ੁਭ ਚਿੰਤਕ ਹੋਣ ਕਰਕੇ ਕੀਤੀਆਂ, ਨਾ ਕੇਵਲ ਇਸ ਕਰਕੇ ਕਿ ਆਪਣੇ ਸਰਕਾਰ ਨੂੰ ਲੋੜ ਅਨੁਸਾਰ ਫੌਜ ਦੀ ਮਦਦ ਹੀ ਦਿੱਤੀ, ਬਲਕਿ ਇਸ ਕਰਕੇ ਵੀ ਕਿ ਤੁਸੀਂ ਝਟਪਟ ਬਿਨਾਂ ਕਿਸੇ ਫਰਕ ਦੇ ਸਹਾਇਤਾ ਦੇਣ ਵਾਸਤੇ ਤਿਆਰ ਹੋ ਗਏ। ਤਦ ਆਪ ਦੀ ਸੱਚੀ ਵਫਾਦਾਰੀ ਜੋ ਗਦਰ ਦੇ ਸ਼ੁਰੂ ਤੋਂ ਪ੍ਰਗਟ ਹੋਈ, ਮਲਕਾ ਮੁਆਜ਼ਮਾਂ ਦਾ ਪੱਛਮੀ ਪਰਜਾ ਲਈ ਉਹ ਸਿੱਖਿਆਦਾਇਕ ਹੋਈ। ਔਰ ਇੱਥੇ ਉਹਨੇ ਕਿਹਾ ਵੀ ਇਹਨਾਂ ਖਿਦਮਤਾਂ ਦੇ ਦੱਸਣ ਦੀ ਲੋੜ ਨਹੀਂ, ਕਿਉਂਕਿ ਇੱਕ ਇੱਕ ਕਰਕੇ ਇੱਥੇ ਬੈਠੇ ਸਾਰਿਆਂ ਨੂੰ ਮਾਲੂਮ ਹੈ ਤੇ ਪੂਰਾ ਹਾਲ ਉਹਨਾਂ ਸਰਕਾਰੀ ਕਾਗਜ਼ਾਂ ਦੇ ਵਿੱਚ ਦਰਜ ਹੈ ਜਿਨ੍ਹਾਂ ਦੇ ਵਿੱਚ ਮਲਕਾ ਮੁਆਜ਼ਮਾਂ ਦੀ ਫੌਜ ਦੀ ਸਾਰੀ ਕਾਰਗੁਜ਼ਾਰੀ ਤੇ ਜਾਨ ਫਸ਼ਾਨੀ ਜੋ ਹਿੰਦ ਦੇ ਮੁਲਕ ਵਿੱਚ ਇੰਗਲਿਸਤਾਨ ਦੀ ਹਕੂਮਤ ਕਾਇਮ ਰੱਖਣ ਦੇ ਵਾਸਤੇ ਕੀਤੀ ਉਹ ਲਿਖੇ ਹੈ। ਜੋ ਇਹ ਹੋ ਨਹੀਂ ਸਕਦਾ ਕਿ ਉਹ ਸੇਵਾ ਕਦੇ ਭੁੱਲ ਜਾਏ। ਦਰਬਾਰ ਵਿੱਚ ਬੈਠਿਆਂ ਸੱਜਣਾਂ ਦੇ ਸਾਹਮਣੇ ਉਹ ਕਹਿੰਦਾ ਕਿ ਮੈਨੂੰ ਇਹ ਗੱਲ ਪ੍ਰਗਟ ਕਰਨ ਦੀ ਲੋੜ ਹੈ ਕਿ ਆਪ ਦੀ ਸੇਵਾ ਤੇ ਇੱਜ਼ਤ ਵਧਾਉਣ ਦੇ ਵਿੱਚ ਮਲਕਾ ਮਹਾਰਾਣੀ ਨੂੰ ਬੜੀ ਖੁਸ਼ੀ ਤੇ ਗਵਰਨਮੈਂਟ ਨੂੰ ਹਰ ਤਰ੍ਹਾਂ ਉਮੀਦ ਹੈ ਕਿ ਇੱਜ਼ਤ ਤੇ ਦਰਜਾ ਤੁਹਾਡੀ ਸੰਤਾਨ ਦਾ ਕਾਇਮ ਰਹੇਗਾ ਔਰ ਉਹ ਵੀ ਐਸੇ ਬਹਾਦਰ ਤੇ ਖੈਰਖਾਹ ਹੋਣ ਜਿਹੋ ਕਿ ਮੈਂ ਤੁਹਾਡੇ ਤੋਂ ਤਜਵੀਜ਼ ਕੀਤੀ ਹੈ ਤੇ ਇੱਕ ਸਨਦ ਤਿਆਰ ਕੀਤੀ ਜਾਵੇ ਜਿਹਦੇ ਨਾਲ ਆਪ ਦੇ ਮੁਲਕ ਤੇ ਉਹਦੇ ਸਾਰੇ ਹੱਕ ਤੇ ਆਪ ਦਾ ਸਦਾ ਦਾ ਹੱਕ ਸਮਝਿਆ ਜਾਵੇ। ਔਰ ਹੁਕਮ ਦਿੱਤਾ ਕਿ ਇਹ ਗੱਲ ਵੀ ਉਸੇ ਵਿੱਚ ਦਰਜ ਕੀਤੀ ਜਾਵੇ ਕਿ ਰੱਬ ਨਾ ਕਰੇ ਜੇ ਕਦੀ ਆਪ ਦੀ ਕੋਈ ਬਿੰਦੀ ਸੰਤਾਨ ਨਾ ਹੋਵੇ ਤਾਂ ਆਪ ਨੂੰ ਫੂਲ ਖਾਨਦਾਨ ਵਿੱਚੋਂ ਜਿਸ ਦੀ ਇੱਕ ਸ਼ਾਖ ਆਪ ਦਾ ਖਾਨਦਾਨ ਵੀ ਹੈ ਕਿਸੇ ਵੀ ਆਦਮੀ ਨੂੰ ਆਪਣਾ ਜਾਨਸ਼ੀਨ ਜਾਂ ਮੁਤਵੰਨਾ ਕਰਨ ਦਾ ਅਖਤਿਆਰ ਹੋਏਗਾ ਤੇ ਉਹ ਲੜਕਾ ਸਮਝ ਕੇ ਉਹਦੀ ਕਦਰ ਤੇ ਇੱਜ਼ਤ ਕੀਤੀ ਜਾਏ। ਇਸ ਤਰ੍ਹਾਂ ਇਸ ਖੁਸ਼ੀ ਦੇ ਵਿੱਚ ਮਹਾਰਾਜੇ ਨਰਿੰਦਰ ਸਿੰਘ ਨੇ 20,000 ਰੁਪਏ ਤੇ ਸੋਨੇ ਦੇ ਕੜੇ ਆਪਣੇ ਕਰਮਚਾਰੀ ਤੇ ਸਰਦਾਰਾਂ 'ਚ ਵੰਡੇ, ਦੁਸ਼ਾਲੇ ਖਿਲਤਾਂ ਦਿੱਤੀਆਂ। ਨਾਰਲੌ ਦਾ ਜਿਹੜਾ ਇਲਾਕਾ ਸੀ ਉਹਦੇ ਵਿੱਚੋਂ 9,000 ਦੀ ਜਗੀਰ ਦੇ 11 ਪਿੰਡ ਅਹਿਲਕਾਰਾਂ ਨੂੰ ਜਗੀਰਾਂ ਵਿੱਚ ਦਿੱਤੇ। ਫਿਰ ਸੰਮਤ 1915 ਬਿਕਰਮੀ ਨੂੰ ਮਹਾਰਾਜੇ ਨਰਿੰਦਰ ਸਿੰਘ ਨੇ ਆਪਣੀ ਲੜਕੀ ਬਖਤਾਵਰ ਕੌਰ ਦਾ ਵਿਆਹ ਰਾਜੇ ਜਸਵੰਤ ਸਿੰਘ ਦੇ ਨਾਲ ਬੜੀ ਧੂਮ-ਧਾਮ ਨਾਲ ਕੀਤਾ। 10 ਲੱਖ ਰੁਪਈਆ ਇਸ ਵਿਆਹ ਤੇ ਖਰਚ ਆਇਆ। ਪਹਿਲਾਂ ਲੜਕੀ ਦਾ ਵਿਆਹ ਕਰਕੇ ਇਹ ਮਹਾਰਾਜਾ ਹਰਿਦੁਆਰ ਵੱਲ ਚਲਿਆ ਗਿਆ ਔਰ ਇਸ ਲੜਕੀ ਦੀ ਸ਼ਾਦੀ ਤੋਂ ਬਾਅਦ ਪਹਿਲਾਂ ਆਨੰਦਪੁਰ ਸਾਹਿਬ ਪਹੁੰਚਿਆ। ਇੱਥੇ ਗੁਰਦੁਆਰਾ ਸਾਹਿਬ ਭੇਟਾ ਚੜਾਈ ਤੇ ਇਸ ਨਰਿੰਦਰ ਸਿੰਘ ਦਾ ਅੱਗੇ ਲੜਕਾ ਸੀ ਮਹਿੰਦਰ ਸਿੰਘ ਨੂੰ ਅੰਮ੍ਰਿਤ ਛਕਾਇਆ। ਫਿਰ ਪਹਾੜਾਂ ਦਾ ਸੀਨ ਦੇਖਣ ਚਲੇ ਗਏ। ਬੜਾ ਦਿਲ ਖਿੱਚਵਾਂ, ਇੱਕ ਪਾਸੇ ਨਜ਼ਰ ਮਾਰੋ ਹਰਿਆਵਲਤਾ ਨਜ਼ਰ ਆਉਂਦੀ ਹੈ, ਦੂਜੇ ਪਾਸੇ ਦਰਿਆ ਦਾ ਪਾਣੀ ਚਮਕਾ ਮਾਰਦਾ ਹੈ। ਸੰਧਿਆ ਦੇ ਵੇਲੇ ਸੂਰਜ ਦੀਆਂ ਕਿਰਨਾਂ ਟੇਢੀਆਂ ਹੋ ਕੇ ਇੱਥੇ ਪੈਂਦੀਆਂ ਔਰ ਬੜਾ ਸੁਭਾਏਮਨ ਸਮਾਂ ਹੋ ਜਾਂਦਾ ਹੈ। ਕਿਰਨਾਂ ਤੋਂ ਕਈ ਰੰਗ ਪ੍ਰਗਟ ਹੁੰਦੇ ਆ। ਸਾਹਮਣੇ ਕੋਹ ਹਿਮਾਲਾ ਦੀਆਂ ਉੱਚੀਆਂ ਚੋਟੀਆਂ ਨਜ਼ਰ ਪੈਂਦੀਆਂ ਔਰ ਇੱਥੋਂ ਫਿਰ ਚੱਲਿਆ ਮਹਾਰਾਜਾ ਨਰਿੰਦਰ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ। ਬੜੀ ਖੁਸ਼ੀ ਚਾਅ ਪ੍ਰੇਮ ਨਾਲ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ, ਬਹੁਤ ਭੇਟਾ ਚੜਾਈ ਔਰ ਸਾਰੇ ਸ਼ਹਿਰ ਦੇ ਵਿੱਚ ਜਿੰਨੇ ਵੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ
ਜਿਹੜੇ ਕਿ ਉਸ ਸਮੇਂ 2000 ਦਾ ਸਰੂਪ ਸੀ, ਜਗ੍ਹਾ ਜਗ੍ਹਾ ਪ੍ਰਕਾਸ਼, ਇੱਕ ਇੱਕ ਅਸ਼ਰਫੀ ਭੇਟਾ ਵਜੋਂ ਚੜਾਈ। ਮਹਾਰਾਜਾ ਸਾਹਿਬ ਇੱਥੋਂ ਲਾਹੌਰ ਚਲੇ ਗਏ ਤੇ ਸਰ ਰਾਬਰਟ ਮਿੰਟਗੁਮਰੀ ਸਾਹਿਬ ਲੈਫਟੀਨੈਂਟ ਗਵਰਨਰ ਨਾਲ ਮੁਲਾਕਾਤ ਕੀਤੀ। ਉਹਨੇ ਮਹਾਰਾਜਾ ਸਾਹਿਬ ਦੀ ਦਰਖਾਸਤ ਦੇ ਉੱਤੇ 19,38,800 ਰੁਪਏ ਨਜ਼ਰਾਨਾ ਲੈ ਕੇ ਕਨੌੜ ਤੇ ਬੁੱਧਵਾਨਾਂ ਦੇ ਪਰਗਣੇ 1 ਲੱਖ ਰੁਪਏ ਸਾਲਾਨਾ ਦੀ ਆਮਦਨ ਦੇ ਮਹਾਰਾਜੇ ਨੂੰ ਸਰਕਾਰ ਅੰਗਰੇਜ਼ੀ ਤੋਂ ਦਵਾਏ ਤੇ ਨਜ਼ਰਾਨੇ ਦਾ ਜਿਹੜਾ ਰੁਪਈਆ ਕਰਜ਼ ਵਾਲੀ ਰਕਮ ਵਿੱਚੋਂ ਮੁਜਰਾ ਲੈ ਲਿਆ। ਹੁਣ 3,12,000 ਰੁਪਈਆ ਜਿਹੜਾ ਬਾਕੀ ਰਿਹਾ, ਉਹਦੇ ਬਦਲੇ ਮਹਾਰਾਜੇ ਦੀ ਮਰਜ਼ੀ ਦੇ ਅਨੁਸਾਰ ਖਮਾਉਂ, ਜਿਹਦੇ ਵਿੱਚ 63 ਪਿੰਡ ਸ਼ਾਮਲ ਸੀ, 1,76,350 ਰੁਪਏ ਦੇ ਬਦਲੇ ਅੰਗਰੇਜ਼ੀ ਗਵਰਨਮੈਂਟ ਨੇ ਮਹਾਰਾਜੇ ਨੂੰ ਦੇਤੇ। ਇਹਨਾਂ ਦਿਨਾਂ ਦੇ ਵਿੱਚ ਹੀ ਹੁਣ 1 ਨਵੰਬਰ 1861 ਈਸਵੀ ਸਨ ਇਲਾਹਾਬਾਦ ਦੇ ਦਰਬਾਰ ਵਿੱਚ, ਜਿਹਦੇ ਵਿੱਚ ਮਹਾਰਾਜਾ ਜਿਆਜੀ ਰਾਓ ਵਾਲੀਏ ਗਵਾਲੀਅਰ ਤੇ ਮਹਾਰਾਜਾ ਤੱਕੋ ਰਾਓ ਵਾਲੀਏ ਅੰਦੌਰ, ਮਹਾਰਾਜਾ ਰਣਵੀਰ ਸਿੰਘ ਵਾਲੀਏ ਜੰਮੂ, ਮਹਾਰਾਜਾ ਨਰਿੰਦਰ ਸਿੰਘ ਵਾਲੀਏ ਪਟਿਆਲਾ, ਫਰੀਦ ਨਵਾਬ ਅਫਜ਼ਲ ਦੌਲਾ ਨਵਾਬ ਮੁਲਕ ਹੈਦਰਾਬਾਦ ਦੱਖਣ, ਮਹਾਰਾਜਾ ਖੰਡੇ ਰਾਓ ਵਾਲੀਏ ਬੜੌਦੇ ਦਾ ਤੇ ਮਹਾਰਾਜਾ ਦਲੀਪ ਸਿੰਘ ਵਾਲੀਏ ਲਾਹੌਰ। ਪਰ ਇਹ ਆਪ ਉਸ ਸਮੇਂ ਨਹੀਂ ਸੀ। ਨਵਾਬ ਯੂਸਫ ਅਲੀ ਖਾਂ ਵਾਲੀਏ ਰਾਜਪੁਰ, ਨਵਾਬ ਸਕੰਦ ਬੇਗਮ ਵਾਲੀਏ ਭੋਪਾਲ ਆਦਿਕ 9 ਰਈਸ ਹਿੰਦੁਸਤਾਨੀ ਤੇ ਕੁੱਲ ਵੱਡੇ 2 ਅੰਗਰੇਜ਼ ਸ਼ਾਮਲ ਸੀ। 17 ਹਿੰਦ ਦਾ ਖਿਤਾਬ ਦਿੱਤਾ ਗਿਆ ਤੇ ਕਾਨੂੰਨ ਘੜਨ ਲਈ ਕਲਕੱਤੇ ਦੀ ਕੌਂਸਲ ਦੇ ਮੈਂਬਰ ਬਣਾਏ ਗਏ। ਹਿੰਦੁਸਤਾਨ ਦੀਆਂ ਸਾਰੀਆਂ ਰਿਆਸਤਾਂ ਦੇ ਇਹਨਾਂ ਮੁਖੀਆਂ ਨੂੰ ਇਸ ਗੱਲ ਦੀ ਚਿੰਤਾ ਲੱਗੀ ਰਹਿੰਦੀ ਸੀ ਕਿ ਜੇ ਕਦੀ ਅਸੀਂ ਸੰਤਾਨਹੀਨ ਮਰ ਗਏ ਤਾਂ ਉਹਨਾਂ ਦੀ ਸਲਤਨਤ ਗਵਰਨਮੈਂਟ ਜ਼ਬਤ ਕਰ ਲੂ। ਜੋ ਉਹਨਾਂ ਸਮਿਆਂ ਦੇ ਕਾਨੂੰਨ ਇਹੋ ਜਿਹੇ ਹੁੰਦੇ ਸੀ, ਜੇ ਸੰਤਾਨ ਨਹੀਂ ਸੀ ਤਾਂ ਉਹ ਕਾਨੂੰਨ ਮੁਤਾਬਕ ਸਰਕਾਰ ਦੇ ਅਧੀਨ ਜਾਇਦਾਦਾਂ ਹੋ ਜਾਂਦੀਆਂ ਸੀ। ਇਸ ਕਰਕੇ ਮਹਾਰਾਜੇ ਨਰਿੰਦਰ ਸਿੰਘ ਨੇ ਉਹਨਾਂ ਸਾਰਿਆਂ ਤੋਂ ਦਸਤਖਤ ਕਰਵਾ ਕੇ ਗਵਰਨਮੈਂਟ ਦੇ ਕੋਲੋਂ ਮੁਤਵੰਨਾ ਬਣਾਉਣ ਦੀ ਆਗਿਆ ਲੈਤੀ ਕਿ ਜੇ ਪੁੱਤਰ ਨਾ ਹੋਵੇ ਤਾਂ ਮੁਤਵੰਨਾ ਲੈ ਪਾਲਕ ਪੁੱਤਰ ਬਣਾ ਸਕਦੇ ਆ। ਤੇ ਫੂਲ ਦੇ ਖਾਨਦਾਨ ਵਾਸਤੇ ਤਾਂ ਇੱਥੋਂ ਤੱਕ ਆਗਿਆ ਹੋਊਗੀ, ਜੇ ਕਦੀ ਇਹਨਾਂ ਵਿੱਚੋਂ ਕੋਈ ਬਿਨਾਂ ਸੰਤਾਨ ਦੇ ਹੋਏ ਮਤਵੰਨਾ ਬਣਾਉਣ ਤੋਂ ਬਗੈਰ ਹੀ ਅਕਾਲ ਚਲਾਣਾ ਕਰ ਜੇ ਤਾਂ ਬਾਕੀ ਦੀਆਂ 2 ਰਿਆਸਤਾਂ ਨੂੰ ਅਖਤਿਆਰ ਹੋਊ ਕਿ ਆਪਣੇ ਖਾਨਦਾਨ ਵਿੱਚੋਂ ਕਿਸੇ ਨੂੰ ਵੀ ਉਹ ਰਿਆਸਤ ਦਾ ਰਾਜਾ ਬਣਾ ਸਕਦੇ ਆ। ਹੁਣ ਇਹ ਮਾਲੂਮ ਹੋ ਜਾਏਗਾ ਕਿ ਫੂਲ ਦੇ ਰਾਜਿਆਂ ਨੇ ਜੋ ਮਤਵੰਨਾ ਬਣਾਉਣ ਦੀ ਦਰਖਾਸਤ ਦਿੱਤੀ, ਉਹਦੇ ਵਿੱਚ ਇਹ ਤੋਂ ਛੁੱਟ ਹੋਰ ਗੱਲਾਂ ਦੀ ਵੀ ਮੰਗ ਸੀ। ਪਹਿਲੀ ਗੱਲ ਕਿ ਫਾਂਸੀ ਦੇਣ ਦਾ ਅਖਤਿਆਰ ਵੀ ਸਜ਼ਾ ਦੇਣ ਦਾ ਹੋਣਾ ਚਾਹੀਦਾ। ਦੂਜਾ ਜਿਹੜਾ ਹੈ ਇਸਤਰੀਆਂ ਦਾ ਰਾਜ ਦਰਬਾਰ ਦੇ ਕੰਮ ਵਿੱਚ ਦਖਲ। ਤੀਜਾ ਨਾਬਾਲਗ ਰੀਸ ਦੀ ਮੌਜੂਦਗੀ ਵਿੱਚ ਕੌਂਸਲ ਦਾ ਬਣਾਉਣਾ। ਇਹ ਤਿੰਨੇ ਗੱਲਾਂ ਗਵਰਨਮੈਂਟ ਨੇ ਮੰਨ ਲਈਆਂ। ਚੌਥੀ ਗੱਲ ਦੀ ਮੰਗ ਇਹ ਮੰਗੀ ਗਈ ਕਿ ਖਾਨਦਾਨ ਦੇ ਵਿੱਚ ਇਸਤਰੀਆਂ ਦੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਅੰਗਰੇਜ਼ ਨਹੀਂ ਸੁਣ ਸਕਣਗੇ। ਇਹ ਗੱਲ ਉਹਨਾਂ ਨੇ ਨਹੀਂ ਮੰਨੀ। ਆ ਪ੍ਰਵਾਨ ਕਰਦੇ ਕਿਹਾ ਵੀ ਜੇ ਕਦੀ ਕਿਸੇ ਤੁਹਾਡੇ ਇਸਤਰੀ ਨਾਲ ਕੋਈ ਅਨਿਆਏ ਹੋਵੇ ਤਾਂ ਉਹ ਇਨਸਾਫ ਦੇ ਵਾਸਤੇ ਉਹਦੀ ਕੀਤੀ ਦਰਖਾਸਤ ਦਾ ਸੁਣਿਆ ਜਾਣਾ ਜ਼ਰੂਰੀ ਹੈ। ਐਸੀ ਹਾਲਤ ਦੇ ਵਿੱਚ ਚੁੱਪ ਰਹਿਣਾ ਉਹ ਇਨਸਾਫ ਦਾ ਖੂਨ ਕਰਨਾ। ਇਸ ਕਰਕੇ ਜਦੋਂ ਫਰੀਦਕੋਟ ਦੇ ਰਈਸ ਨੇ ਆਪਣੀ ਭਾਜਪਾ ਨੂੰ ਕੈਦ ਕਰ ਲਿਆ ਸੀ ਤਾਂ ਸਰਕਾਰ ਨੇ ਇਹਨਾਂ ਦੁਖੀਆਂ ਦੀ ਸਹਾਇਤਾ ਕਰਕੇ ਛੁਟਕਾਰਾ ਦਿਵਾਇਆ। ਸੋ ਇਹ ਸਾਰਾ ਮਹਾਰਾਜਾ ਨਰਿੰਦਰ ਸਿੰਘ ਦੀ ਸਿਆਣਪ ਦਾ ਸਿੱਟਾ ਜੋ ਸਾਰੀਆਂ ਰਿਆਸਤਾਂ ਨੂੰ ਕਾਇਮ ਰੱਖ ਗਿਆ। ਜਨਵਰੀ 1862 ਈਸਵੀ ਵਿੱਚ ਮਹਾਰਾਜਾ ਨਰਿੰਦਰ ਸਿੰਘ ਕੌਂਸਲ ਦੇ ਜਲਸੇ ਦੇ ਵਿੱਚ ਸ਼ਾਮਲ ਹੋਣ ਵਾਸਤੇ ਕਲਕੱਤੇ ਗਿਆ। ਜਦੋਂ ਤੱਕ ਕੌਂਸਲ ਦਾ ਇਜਲਾਸ ਹੁੰਦਾ ਰਿਹਾ ਉੱਥੇ ਰਿਹਾ। ਕੰਮ ਮੁੱਕਿਆ ਤੇ ਵਾਪਸ ਪਟਿਆਲੇ ਆਇਆ। ਨਵੰਬਰ 1862 ਨੂੰ ਰਾਜੇ ਨਰਿੰਦਰ ਸਿੰਘ ਨੂੰ ਬੁਖਾਰ ਦੀ ਬਿਮਾਰੀ ਹੋ ਗਈ। ਬੁਖਾਰ ਸੁਧਾਰਨ ਸੀ ਪਰ ਮੌਤ ਦੀ ਘੜੀ ਆ ਪਹੁੰਚੀ ਤੇ 13 ਨਵੰਬਰ ਸਨ 1862 ਈਸਵੀ ਮੁਤਾਬਕ ਸੰਮਤ 1918 ਬਿਕਰਮੀ ਨੂੰ 39 ਵਰ੍ਹਿਆਂ ਦੀ ਉਮਰ ਵਿੱਚ ਹੀ ਉਹ ਚਲਾਣਾ ਕਰ ਗਿਆ। ਰਿਆਸਤ ਪਟਿਆਲੇ ਨੂੰ ਐਸਾ ਦੂਰਦਰਸ਼ੀ ਤੇ ਦਾਨਾ ਰਾਜੇ ਦਾ ਚਲਾਣਾ ਇਹ ਵੱਡਾ ਘਾਟੇ ਬੰਦਾ ਸੀ
क्योंकि ऐसा सियाणा महाराजा तो पहला कोई तखत ते नहीं बैठा। ਇਹ ਮਹਾਰਾਜੇ ਨਰਿੰਦਰ ਸਿੰਘ ਬੜਾ ਸਿਆਣਾ ਦੂਰਦਰਸ਼ੀ ਸਹਿਣਸ਼ੀਲ ਔਰ ਸੰਤਾਂ ਦਾ ਮਿੱਤਰ ਹੌਸਲੇ ਵਾਲਾ ਸੀ। ਫਕੀਰਾਂ ਦੀ ਸੇਵਾ ਦਾ ਬਹੁਤ ਖਿਆਲ ਰੱਖਦਾ। ਬਰਸਾਤ ਦੇ 4 ਮਹੀਨੇ ਸਾਧੂਆਂ ਸੰਤਾਂ ਫਕੀਰਾਂ ਨੂੰ, ਜਿਨ੍ਹਾਂ ਦੀ ਗਿਣਤੀ ਉਦੋਂ 10-10 ਹਜ਼ਾਰ ਤੱਕ ਹੋ ਜਾਂਦੀ, ਨਿਤਾ ਪ੍ਰਤੀ ਬੜੇ ਚੰਗੇ ਤੋਂ ਚੰਗੇ ਭੋਜਨ ਵੰਡਦਾ, ਜਿਹ ਤੋਂ 1 ਲੱਖ ਰੁਪਏ ਤੋਂ ਉੱਪਰ ਹਰ ਸਾਲ ਖਰਚ ਹੋ ਜਾਂਦਾ ਸੀ। ਇਹ ਤੋਂ ਛੁੱਟ ਇਮਾਰਤਾਂ ਦਾ ਇਹਨੂੰ ਬੜਾ ਸ਼ੌਂਕ ਸੀ। ਲਾਹੌਰ ਸ਼ਾਲੀਮਾਰ ਬਾਗ ਵੇਖ ਕੇ ਇਸ ਨੇ ਇੱਕ ਮੋਤੀ ਬਾਗ ਉਸ ਸਮੇਂ 5 ਲੱਖ ਰੁਪਇਆ ਸਰਮਾਏ ਨਾਲ ਬਣਾਇਆ। ਇਸ ਬਾਗ ਦੀ ਇਮਾਰਤ 1904 ਤੋਂ ਸ਼ੁਰੂ ਹੋ ਕੇ 1911 ਵਿੱਚ ਮੁੱਕੀ। ਇਹ ਬਿਕਰਮੀ ਸੰਮਤ ਹੈ। ਫਿਰ ਇਹਦੇ ਸਾਹਮਣੇ ਇੱਕ ਮੋਤੀ ਬਾਗ ਦੇ ਗੁਰਦੁਆਰਾ ਸਾਹਿਬ ਉਸ ਸਮੇਂ 1 ਲੱਖ ਰੁਪਏ ਦੇ ਨਾਲ ਬਣਵਾ ਕੇ 1.25 ਲੱਖ ਰੁਪਈਆ ਤੇ 1917 ਨੂੰ ਬਿਕਰਮੀ ਸੰਮਤ ਜਦੋਂ ਕਹਿਰ ਦੇ ਨਾਲ ਖਲਕਤ ਦੁਖੀ ਸੀ ਤਾਂ ਭੁੱਖ ਦੇ ਦੁੱਖ ਨਾਲ ਲੱਖਾਂ ਆਦਮੀ ਮਰ ਗਏ ਸੀ। ਬਹੁਤ ਸਾਰੇ ਦੇਸ਼ ਛੱਡ ਕੇ ਪ੍ਰਦੇਸ਼ ਨਿਕਲ ਗਏ। ਧੀਆਂ ਪੁੱਤ ਨਹੀਂ ਸੀ ਕਿਸੇ ਨੇ ਸੰਭਾਲੇ। ਪਸ਼ੂ ਦਰਖਤਾਂ ਦੀਆਂ ਛਿੱਲਾਂ ਖਾਂਦੇ ਸੀ। ਮੁੱਠ-ਮੁੱਠ ਚਾਰੇ ਨੂੰ ਸਹਿਕਦੇ ਭੁੱਖੇ ਮਰ ਗਏ। ਇਹੋ ਜਿਹੇ ਮੌਕੇ ਤੇ ਮਹਾਰਾਜੇ ਨਰਿੰਦਰ ਸਿੰਘ ਨੇ ਆਪਣਾ ਜ਼ਖੀਰਾ ਖੋਲ੍ਹ ਕੇ ਥਾਂ-ਥਾਂ ਤੇ ਅਨਾਜ ਵੰਡਣਾ ਸ਼ੁਰੂ ਕਰ ਦਿੱਤਾ। ਖਰੇਤੀ ਲੰਗਰ ਜਾਰੀ ਕਰ ਦਿੱਤੇ ਸੀ। ਕਈ ਪਰਗਣਿਆਂ ਨੂੰ ਕਈ ਲੱਖ ਰੁਪਈਆ ਮਾਮਲਾ ਮਾਫ ਕਰਤਾ। 8 ਲੱਖ ਰੁਪਈਆ 40,000 ਦਾ ਅਨਾਜ ਆਪਣੀ ਪਰਜਾ ਵਿੱਚ ਤੇ 6 ਲੱਖ ਦਾ ਸਿਪਾਹੀਆਂ ਵਿੱਚ ਵੰਡਿਆ। ਕੁਝ ਸਾਲਾਂ ਦੇ ਬਾਅਦ ਇਹ ਰਕਮ ਦੇ ਦੇਣੀ। ਅੰਤ ਨੂੰ ਇਹ ਵੀ ਲੋਕਾਂ ਨੂੰ ਫਿਰ ਮਾਫ ਕਰਤੀ। ਨਿਰਮਲੇ ਸੰਤਾਂ ਦਾ ਅਖਾੜਾ ਇਸੇ ਮਹਾਰਾਜੇ ਨੇ ਬਣਾਇਆ। 84,000 ਰੁਪਈਆ ਦੇ ਕੇ ਅਖਾੜਾ ਬਣਾਇਆ ਤੇ 4,000 ਰੁਪਈਆ ਸਾਲਾਨਾ ਉਹਦੇ ਨਾਮ ਲਾਇਆ। ਫਿਰ ਨਾਭੇ ਤੇ ਜੀਂਦ ਰਿਆਸਤਾਂ ਤੋਂ ਵੀ ਸਹਾਇਤਾ ਦਵਾਈ। ਰਾਜੇ ਅਮਰ ਸਿੰਘ ਸਾਹਿਬ ਦੇ ਵੇਲੇ ਫੌਜਾਂ ਨੂੰ ਜਗੀਰ ਤੇ ਜ਼ਮੀਨਾਂ ਮਾਫ ਸੀ ਜਾਂ ਕੁਝ ਅਨਾਜ ਦਿੱਤਾ ਜਾਂਦਾ ਸੀ। ਮਹਾਰਾਜੇ ਕਰਮ ਸਿੰਘ ਨੂੰ ਸਭ ਨੇ ਨਗਦ ਤਨਖਾਹਾਂ ਦੇਣ ਦਾ ਤਰੀਕਾ ਕੱਢਿਆ। ਹਰ ਇੱਕ ਸਿਪਾਹੀ ਤੇ ਅਹਿਲਕਾਰ ਨੂੰ 6-6 ਮਹੀਨੇ ਪਿੱਛੋਂ ਤਨਖਾਹ ਮਿਲਦੀ ਸੀ, ਜਿਹਦੇ ਨਾਲ ਜੋ ਕਿ ਸਿਪਾਹੀਆਂ ਨੂੰ ਮੋਦੀ ਖਰਚ ਦਿੰਦੇ ਰਹਿੰਦੇ ਸੀ। ਤਨਖਾਹ ਮਿਲਣ ਤੇ ਸਾਰਾ ਕੁਝ ਲੈ ਜਾਂਦੇ ਸੀ। ਸਿਪਾਹੀਆਂ ਦੇ ਹੱਥ ਪੱਲੇ ਕੁਝ ਰਹਿੰਦਾ ਨਹੀਂ ਸੀ। ਇਸ ਕਰਕੇ ਮਹਾਰਾਜੇ ਨਰਿੰਦਰ ਸਿੰਘ ਨੇ ਫਿਰ ਇਹ ਤਨਖਾਹ 2 ਮਹੀਨੇ ਪਿੱਛੋਂ ਦੇਣ ਦਾ ਰਿਵਾਜ ਬਣਾਇਆ। ਖੇਤਾਂ ਦੀ ਵਟਾਈ ਤੇ ਰਿਸ਼ਵਤਾਂ ਵਿੱਚ ਜਿਹੜੇ ਕਿਸਾਨ ਲੁੱਟੇ ਜਾਂਦੇ ਸੀ, 10 ਸਾਲ ਦੇ ਠੇਕੇ ਤੇ ਜ਼ਮੀਨਾਂ ਦੇ ਕੇ ਉਹਨਾਂ ਦੇ ਦਰਿੱਦਰ ਕੱਟਤੇ। ਦੀਵਾਨੀ ਤੇ ਫੌਜਦਾਰੀ ਮੁਕੱਦਮੇ ਜਵਾਨੀ ਫੈਸਲੇ ਹੁੰਦੇ ਸੀ। ਉਹਨਾਂ ਦੇ ਵਾਸਤੇ ਇਸ ਮਹਾਰਾਜੇ ਨਰਿੰਦਰ ਸਿੰਘ ਨੇ ਕਾਨੂੰਨ ਬਣਾ ਕੇ ਨਿਯਮ ਪੂਰਵਕ ਫੈਸਲਾ ਹੋਣ ਦਾ ਪ੍ਰਬੰਧ ਦਿੱਤਾ। ਮਹਾਰਾਜੇ ਨਰਿੰਦਰ ਸਿੰਘ ਨੇ ਆਪਣੇ ਸਾਰੇ ਇਲਾਕੇ ਨੂੰ 4 ਜ਼ਿਲ੍ਹਿਆਂ ਵਿੱਚ ਵੰਡ ਕੇ ਨਾਇਬ ਅਦਾਲਤਾਂ ਬਣਾਈਆਂ ਤੇ ਉਹਨਾਂ ਦੇ ਉੱਪਰ ਇੱਕ ਮੁਖੀ ਕਮੇਟੀ ਬਣਾਈ। ਇਹਦੇ ਪ੍ਰਬੰਧ ਵਾਸਤੇ ਨੇ ਆਪਣੇ ਛੋਟੇ ਭਰਾ ਕਵਰਦੀਪ ਸਿੰਘ ਨੂੰ ਨਿਯਤ ਕੀਤਾ। ਕਰਜ਼ੇ ਦੇ ਮਾਮਲੇ ਵਿੱਚ 9 ਸਾਲ ਦੀ ਮਿਆਦ ਨਿਯਤ ਕਰਕੇ ਸਟਾਮ ਦਾ ਲਿਆ ਜਾਣਾ ਇਹ ਤਜਵੀਜ਼ ਕੀਤਾ। 1916 ਨੂੰ ਕਵਰਦੀਪ ਸਿੰਘ ਵੀ ਚਲਾਣਾ ਕਰ ਗਿਆ ਤੇ ਜਿਨ੍ਹਾਂ ਨੂੰ 25,000 ਰੁਪਏ ਦੀ ਸਾਲਾਨਾ ਜਗੀਰ ਗੁਜ਼ਾਰੇ ਵਾਸਤੇ ਮਿਲਦੀ ਸੀ, ਮਹਾਰਾਜੇ ਨੇ 5 ਨਿਜ਼ਾਮਤਾਂ ਨਿਯਤ ਕੀਤੀਆਂ। 1916 ਨੂੰ ਇਹ ਬਿਕਰਮੀ ਸੰਮਤ ਜਾਣਨਾ ਕਿ ਰਿਆਸਤ ਦੇ ਵਿੱਚ ਫੌਜਦਾਰੀ ਮੁਕੱਦਮਿਆਂ ਦੇ ਫੈਸਲੇ ਵਾਸਤੇ ਮਜਮੂਆ ਇੱਕ ਕਾਨੂੰਨ ਜਾਰੀ ਕੀਤਾ। ਸਾਰੀ ਰਿਆਸਤ ਦੇ ਵਾਸਤੇ ਖਾਸ ਕਾਇਦੇ ਬਣਾਏ। ਅਹਿਲਕਾਰਾਂ ਤੇ ਆਪਣੀ ਸੰਤਾਨ ਨੂੰ ਵੀ ਉਹਨਾਂ ਦਾ ਪਾਬੰਦੀ ਕੀਤਾ ਜੋ ਹੁਣ ਤੱਕ ਪ੍ਰਚਲਿਤ ਹੈ। ਮਹਾਰਾਜਾ ਨਰਿੰਦਰ ਸਿੰਘ ਦੇ ਸਮੇਂ ਦੀਵਾਨ ਕਨ੍ਹਈਆ ਲਾਲ ਬਲਦ, ਬਸੰਬਰ ਦਾਸ, ਲਾਲਾ ਨਿਹਾਲ ਚੰਦ ਦਿੱਲੀ ਵਾਲਾ, ਬਖਸ਼ੀ ਰਹੀਮ ਬਖਸ਼ ਗੁੱਜਰ, ਸਰਦਾਰ ਬਸਾਵਾ ਸਿੰਘ ਹਰੀਕਾ ਮੌਲਵੀ, ਨੂਰੋ ਹਲਸਨ ਖੈਰਵਾਦੀ, ਅਬਦੁਲ ਖਾਂ ਮੀਰ ਮੁਨਸ਼ੀ, ਮੌਲਵੀ ਫਜ਼ਲ ਰਹਿਮਾਨ ਖਾਂ ਸਾਹਿਬ ਰਿਆਤੀ, ਮੁਹੰਮਦ ਹਸਨ ਸਾਹਿਬ ਖਲੀਫਾ, ਦੀਵਾਨ ਜਗਦੀਸ਼ ਸਿੰਘ ਸਾਹਿਬ ਤੇ ਦੀਵਾਨ ਕੁਲਵੰਤ ਰਾਏ ਇਹ ਵੱਡੇ ਅਫਸਰ ਸਨ। 1919 ਨੂੰ ਜਦੋਂ ਮਹਾਰਾਜਾ ਨਰਿੰਦਰ ਸਿੰਘ ਚਲਾਣਾ ਕਰ ਗਿਆ, ਇਹਦੀ ਜਗ੍ਹਾ ਤੇ ਫਿਰ ਮਹਾਰਾਜਾ ਮਹਿੰਦਰ ਸਿੰਘ ਗੱਦੀ ਤੇ ਬੈਠਾ। ਉਸ ਵੇਲੇ ਮਹਿੰਦਰ ਸਿੰਘ ਦੀ ਉਮਰ 10 ਸਾਲ ਦੀ ਸੀ। ਇਸ ਕਰਕੇ 5 ਮਈ 1961 ਵਾਲੀ ਸਨਨ ਦੀ ਸ਼ਰਤ ਦੂਜੀ ਅਨੁਸਾਰ ਕੌਂਸਲ ਆਫਰੀਜੀ ਸੀ। ਮਹਾਰਾਜੇ ਦੇ ਬਾਲਗ ਹੋਣ ਤੱਕ ਫਿਰ ਉਹ ਬਣਾਈ ਗਈ, ਜਿਹਦੇ ਵਿੱਚ ਸਰਦਾਰ ਜਗਦੀਸ਼ ਸਿੰਘ, ਬਖਸ਼ੀ ਰਹੀਮ ਬਖਸ਼, ਦੀਵਾਨ ਉਦੇ ਸਿੰਘ,
ਇਹ ਤਿੰਨ ਆਦਮੀ ਲਏ ਕਿ ਤਿੰਨੇ ਅਹਿਲਕਾਰ ਕੌਂਸਲਰ ਹੋਏ। ਪਰ ਇਹ ਕੌਂਸਲ ਦੇ ਨਿਯਤ ਹੋਣ 1 ਸਾਲ ਮਗਰੋਂ ਹੀ 26 ਸਤੰਬਰ 1863 ਨੂੰ ਦੀਵਾਨ ਉਦੇ ਸਿੰਘ ਚਲਾਣਾ ਕਰ ਗਿਆ। ਇਹਦੀ ਜਗ੍ਹਾ ਤੇ ਬਖਸ਼ੀ ਬਸਾਵਾ ਸਿੰਘ ਕੌਂਸਲ ਦਾ ਮੈਂਬਰ ਨਿਯੁਕਤ ਹੋਇਆ, ਜਿਹੜਾ ਕਿ ਇੱਕ ਬਹੁਤ ਸਿਆਣਾ ਤੇ ਦਬਦਬੇ ਵਾਲਾ ਆਦਮੀ ਸੀ। ਪਰ ਰੱਬ ਦਾ ਭਾਣਾ ਕਿ ਉਹ ਵੀ 1866 ਈਸਵੀ 'ਚ ਚਲਾਣਾ ਕਰ ਗਿਆ। ਉਹਨਾਂ ਹੀ ਦਿਨਾਂ ਵਿੱਚ ਬਖਸ਼ੀ ਰਹੀਮ ਬਖਸ਼ ਵੀ ਮਰ ਗਿਆ ਤੇ ਉਹਦੀ ਜਗ੍ਹਾ ਤੇ ਸੈਯਦ ਮੁਹੰਮਦ ਹਸਨ ਖਾਨ ਦੀਵਾਨ ਫਤਿਹ ਸਿੰਘ ਕੌਂਸਲ ਦੇ ਮੈਂਬਰ ਨਿਯਤ ਹੋਏ। ਪਰ ਦੁੱਖ ਦੀ ਗੱਲ ਕਿ ਮੈਂਬਰਾਂ ਨੂੰ ਇਨਸਾਫ ਕਰਨ ਦੀ ਜਗ੍ਹਾ ਤੇ ਆਪਸ ਵਿੱਚ ਦੇ ਝਗੜਿਆਂ ਵਿੱਚੋਂ ਹੀ ਫੁਰਸਤ ਨਹੀਂ ਸੀ ਮਿਲਦੀ। ਧੜੇਬੰਦੀਆਂ ਹੋ ਗਈਆਂ। ਰਾਜਾ ਤੇ ਪਰਜਾ ਦੇ ਲਾਭ ਦੀ ਥਾਂ ਤੇ ਅਹਿਲਕਾਰਾਂ ਨੂੰ ਆਪਣੀ ਲੁੱਟ ਪੈ ਗਈ। ਧਰਮ ਵਾਲੇ, ਇਨਸਾਫ ਵਾਲੇ ਤੇ ਇਮਾਨਦਾਰ ਅਹਿਲਕਾਰ ਉਹ ਬਹੁਤ ਘੱਟ ਰਹਿ ਗਏ, ਕਿਉਂਕਿ ਜਿਸ ਦਿਨ ਤੋਂ ਮੁਹੰਮਦ ਹਸਨ ਕੌਂਸਲਰ ਨਿਯਤ ਹੋਇਆ ਉਸੇ ਦਿਨ ਤੋਂ ਆਪਸ ਵਿੱਚ ਖਿੱਚਾ ਖਿੱਚੀ ਵੱਧ ਗਈ, ਜਿਹਦੇ ਕਾਰਨ ਦੀਵਾਨ ਨਿਹਾਲ ਚੰਦ, ਜਿਹੜਾ ਬੜਾ ਯੋਗ ਤੇ ਸਿਆਣਾ ਆਦਮੀ ਸੀ, ਉਹ ਮਾਰਿਆ ਗਿਆ। ਕਈ ਘਰਾਣੇ ਦੇਸ਼ੋਂ ਵਿਦੇਸ਼ ਕੀਤੇ। ਅੰਤ ਨੂੰ ਫਿਰ ਇਹ ਧੜੇਬੰਦੀ ਦਾ ਨਤੀਜਾ ਜੋ ਨਿਕਲਿਆ ਕਰਦਾ ਉਹੀ ਹੋਇਆ। ਸਭ ਤੋਂ ਪਹਿਲਾਂ ਦੀਵਾਨ ਕੁਲਵੰਤ ਰਾਏ ਤੇ ਬਖਸ਼ੀ ਵੀਰ ਸਿੰਘ, ਜਿਹੜੇ ਬੜੇ ਧਰਮੀ, ਨੇਕ ਨੀਅਤ ਤੇ ਸੱਚ ਪਾਲਣ ਕਰਨ ਵਾਲੇ ਸੀ, ਇਹਨਾਂ ਦੇ ਵਿਰੁੱਧ ਮਿਸਟਰ ਟੇਲਰ ਸਾਹਿਬ ਕਮਿਸ਼ਨਰ ਅੰਬਾਲਾ, ਉਹਨੂੰ ਝੂਠੀਆਂ ਗੱਲਾਂ ਕਹਿ ਕੇ ਭੜਕਾਇਆ ਤੇ ਇਹਨਾਂ ਦੇ ਵਿਰੁੱਧ ਕੀਤਾ। 1863 ਵਿੱਚ ਇਹਨਾਂ ਨੂੰ ਫਿਰ ਰਿਆਸਤ ਤੋਂ ਵੱਖ ਕਰਤਾ। ਦੀਵਾਨ ਕੁਲਵੰਤ ਰਾਏ ਇਹ ਤੋਂ ਮਗਰੋਂ ਬਨਾਰਸ ਜਾ ਵਸਿਆ। ਪਰ ਕੌਂਸਲ ਦਾ ਫਸਾਦ ਹੋਰ ਵੀ ਵੱਧਦਾ ਵੇਖ ਕੇ 1868 ਨੂੰ ਮੀਰ ਮੁਨਸ਼ੀ ਅਬਦੁਲ ਗਨੀ ਉਹਨੂੰ ਕੌਂਸਲ ਦਾ ਵਾਧੂ ਮੈਂਬਰ ਨਿਯਤ ਕੀਤਾ। ਪਰ ਮੈਂਬਰਾਂ ਦੇ ਝਗੜੇ ਵੱਧਦੇ ਗਏ, ਇਸ ਕਰਕੇ ਮਹਾਰਾਜਾ ਸਾਹਿਬ ਨੂੰ ਸੈਯਦ ਪਾਰਟੀ ਦਾ ਕੁਝ ਧੜਾ ਕਰਨਾ ਪਿਆ, ਜਿੱਥੋਂ ਰਿਆਸਤ ਦੇ ਖਜ਼ਾਨੇ ਵਿੱਚੋਂ ਬਹੁਤ ਸਾਰਾ ਰੁਪਈਆ ਜਵਾਹਰਾਤ ਆਦਿ ਖਰੀਦਣ ਵਾਸਤੇ ਖਰਚ ਹੋ ਗਏ। ਪਰ ਜੋ ਕਿਸੇ ਵਾਸਤੇ ਟੋਆ ਪੁੱਟਦਾ ਨਾ ਉਹਦੇ ਵਾਸਤੇ ਖੂਹ ਨਿਕਲਦਾ, ਇਹ ਗੱਲ ਹੋਈ। ਜਿਹੜੇ ਆਦਮੀ ਨੇ ਆਪਣੇ ਲਾਭ ਵਾਸਤੇ ਕੁਲਵੰਤ ਰਾਏ ਨੂੰ ਕਢਾਇਆ ਸੀ, ਹੁਣ ਉਹ ਵੀ ਆਪਣੇ ਦੋਸਤਾਂ ਨੂੰ ਤਬਾਹ ਕਰਨ ਦੇ ਫਿਕਰ ਵਿੱਚ ਹੋ ਗਿਆ। ਉਹਨਾਂ ਦੀ ਆਪੋ ਵਿੱਚ ਹੀ ਖੜਕ ਪਈ। ਆਪਣੇ ਫਰਜ਼ਾਂ ਨੂੰ ਭੁੱਲ ਕੇ ਬੜੇ ਅਜੀਬ ਢੰਗ, ਈਰਖਾ ਤੇ ਦਵੈਖ ਵਿੱਚ ਦੇ ਕੰਮਾਂ 'ਚ ਲੱਗ ਗਏ। ਇਉਂ ਅਮਕਾ ਆਦਮੀ ਮਹਾਰਾਜਾ ਸਾਹਿਬ ਦੇ ਮੂੰਹ ਲੱਗ ਗਿਆ, ਉਹਨੂੰ ਤਬਾਹ ਕਰ ਦਿਓ। ਫਲਾਨਾ ਰਿਆਸਤ ਵਿੱਚ ਇੱਜ਼ਤ ਵਧਾ ਚੱਲਿਆ, ਉਹਨੂੰ ਬੇਪਤ ਕਰ ਦਿਓ। ਬਸ ਇਹੀ ਸੋਚਾਂ ਦਿਨ ਰਾਤ ਇਹ ਸੋਚਣ ਲੱਗੇ। ਕੋਈ ਮਹਾਰਾਜਾ ਸਾਹਿਬ ਵੱਲ ਭੱਜਿਆ ਫਿਰਦਾ, ਕੋਈ ਕਮਿਸ਼ਨਰ ਅੰਬਾਲੇ ਵੱਲ ਜਾ ਰਿਹਾ। ਦਿਨ ਰਾਤ ਹੁਣ ਪਟਿਆਲੇ ਦੀ ਰਿਆਸਤ ਵਿੱਚ ਤਮਾਸ਼ੇ ਹੋਣ ਲੱਗ ਪਏ। ਜੀ ਤੋਂ ਦੂਜੀ ਪਾਰਟੀ ਨੂੰ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਣ ਦਾ ਸਮਾਂ ਮਿਲ ਗਿਆ ਤਾਂ ਵਕੀਲ ਨਾਭੇ ਰਾਹੀਂ ਕਮਿਸ਼ਨਰ ਅੰਬਾਲੇ ਦੇ ਕੰਨ ਭਰਤੇ ਸਿੱਟਾ ਇਹ ਨਿਕਲਿਆ। 1869 ਈਸਵੀ ਨੂੰ ਉਹਨੇ ਪੁਲਿਸ ਇੰਸਪੈਕਟਰ ਅੰਬਾਲੇ ਦੇ ਰਾਹੀਂ, ਜਿਹੜਾ ਦੀਵਾਨ ਕੁਲਵੰਤ ਰਾਏ ਨੂੰ ਲੈ ਗਿਆ ਸੀ, ਖਲੀਫਾ ਮੁਹੰਮਦ ਹਸਨ, ਮੀਰ ਇਮਦਾਦ ਅਲੀ, ਜਿਹੜੇ ਕਪੂਰੀ ਮੁਨਸ਼ੀ ਮੁਹੰਮਦ ਹਸਨ ਖਾਂ ਆਦਿਕ ਨੂੰ ਵੀ ਅੰਬਾਲੇ ਕਮਿਸ਼ਨਰ ਦੇ ਸਾਹਮਣੇ ਹਾਜ਼ਰ ਹੋਣਾ ਪਿਆ। ਇੱਕ ਲੰਮੇ ਸਮੇਂ ਤੱਕ ਮੁਕੱਦਮੇ, ਪੇਸ਼ੀਆਂ, ਨਜ਼ਰਬੰਦ ਚੱਲੇ। ਪਰ ਖਾਸ ਗੱਲ ਕਰਕੇ ਮੁਹੰਮਦ ਹਸਨ ਖਾਂ ਦਾ ਖਾਸ ਖਿਆਲ ਹੋ ਗਿਆ, ਜਿਹਨੂੰ ਪਟਿਆਲੇ ਦੇ ਖਜ਼ਾਨੇ 'ਚੋਂ ਬਹੁਤ ਸਾਰਾ ਰੁਪਈਆ ਖਰਚ ਕੇ ਬਚਾਇਆ ਗਿਆ। ਮਹਾਰਾਜਾ ਸਾਹਿਬ ਦੇ ਰਿਆਸਤ ਸੰਭਾਲਣ, ਫਿਰ ਰਿਆਸਤ ਦੇ ਵਿੱਚ ਉਹੀ ਦੌਰ ਸ਼ੁਰੂ ਕਰਤਾ। ਜਿਨ੍ਹਾਂ ਅਖਤਿਆਰ ਮਿਲਦੇ ਦੀਵਾਨ ਫਤਿਹ ਸਿੰਘ, ਜਗਦੀਸ਼ ਸਿੰਘ, ਅਬਦੁਲ ਗਨੀ ਖਾਂ ਆਦਿਕ, ਜਿਹੜੇ ਕਿ ਬੇਗੁਨਾਹ ਸੀ, ਇਹਨਾਂ ਨੂੰ ਰਿਆਸਤ ਵਿੱਚੋਂ ਕਢਾ ਕੇ ਉਹਨਾਂ ਦੀਆਂ ਜਾਇਦਾਦਾਂ ਤੇ ਮਕਾਨ ਜ਼ਬਤ ਕਰਕੇ ਆਪਣਾ ਬਦਲਾ ਲਿਆ। ਔਰ ਇਸ ਮੁਕੱਦਮੇ ਦੇ ਛੇਤੀ ਮੁੱਕਣ ਦਾ ਇੱਕ ਕਾਰਨ ਇਹ ਹੋਇਆ ਕਿ ਉਹਨਾਂ ਦਿਨਾਂ ਦੇ ਵਿੱਚ ਪਟਿਆਲੇ ਦੇ ਰਾਜੇ ਮਹਾਰਾਜੇ ਮਹਿੰਦਰ ਸਿੰਘ ਨੂੰ ਹਿਜ ਰਾਇਲ ਹਾਈਨੈਸ ਡਿਊਕ ਆਫ ਐਡਨਬਰਾ, ਉਹਨੂੰ ਮਿਲਣ ਵਾਸਤੇ ਅਫਸਰ ਸੀ, ਉਹ ਲਾਹੌਰ ਜਾਣਾ ਪਿਆ, ਜਿੱਥੇ ਲਾਰਡ ਸਾਹਿਬ ਬਹਾਦਰ ਨੂੰ ਮਹਾਰਾਜਾ ਜੰਮੂ ਤੇ ਕਪੂਰਥਲੇ ਨੇ ਸਮਝਾਇਆ ਕਿ ਮਹਾਰਾਜੇ ਮਹਿੰਦਰ ਸਿੰਘ ਨੂੰ ਪੂਰਨ ਅਖਤਿਆਰ ਨਹੀਂ ਦਿੱਤੇ ਜਾਣੇ ਜਦੋਂ ਤੱਕ, ਤਾਂ ਪਟਿਆਲੇ ਦੇ ਅਹਿਲਕਾਰਾਂ ਦਾ ਝਗੜਾ ਨਹੀਂ ਮੁੱਕਣਾ। ਮਹਾਰਾਜਾ ਸਾਹਿਬ ਨੂੰ ਉੱਥੇ ਹੀ ਫਿਰ 25 ਫਰਵਰੀ 1870 ਈਸਵੀ ਵਾਲੇ ਦਿਨ ਖਾਸ ਹੁਕਮਰਾਨੀ ਕਰਨ ਦੇ ਅਖਤਿਆਰ ਦਿਵਾਤੇ। ਮਹਾਰਾਜਾ ਸਾਹਿਬ ਇੱਥੋਂ ਮੁੜਦਿਆਂ ਪਹਿਲਾਂ ਕਪੂਰਥਲੇ ਗਏ, ਜਿੱਥੇ ਮਹਾਰਾਜਾ ਰਣਧੀਰ ਸਿੰਘ ਦੇ ਕੋਲ ਕੋਈ ਦਿਨ ਠਹਿਰੇ। ਇੱਥੋਂ ਹੋ ਕੇ ਫਿਰ ਅੰਬਾਲੇ ਪਹੁੰਚੇ,
ਤੇ ਸੈਯਦ ਮੁਹੰਮਦ ਹਸਨ ਖਾਂ ਨੂੰ ਛੁਡਾ ਕੇ ਆਪਣੇ ਨਾਲ ਪਟਿਆਲੇ ਲੈ ਗਏ। ਅਖਤਿਆਰ ਮਿਲਣ ਦੀ ਖੁਸ਼ੀ ਵਿੱਚ ਇੱਕ ਵੱਡਾ ਦਰਬਾਰ ਹੋਇਆ, ਜਿਹਦੇ ਵਿੱਚ ਅਮੀਰਾਂ ਨੂੰ ਉਹਨਾਂ ਦੇ ਦਰਜੇ ਅਨੁਸਾਰ ਖਿਲਤਾਂ ਦਿੱਤੀਆਂ, ਸਿਪਾਹੀਆਂ ਦੀ ਤਨਖਾਹ ਵਧਾਈ ਤੇ ਮੁਹੰਮਦ ਖਾਂ ਵਜ਼ੀਰ ਬਣਿਆ। ਮਹਾਰਾਜਾ ਸਾਹਿਬ ਨੂੰ ਰਿਆਸਤ ਦਾ ਸਾਰਾ ਕੰਮ ਵਜ਼ੀਰ ਤੇ ਸੁੱਟ ਕੇ ਆਪ ਫਿਰ ਇਹ ਸ਼ਿਕਾਰ ਆਦਿਕ ਦੇ ਕੰਮਾਂ 'ਚ ਲੱਗ ਗਿਆ। ਖਲੀਫੇ ਨੇ ਵਜ਼ੀਰੀ ਸੰਭਾਲਦਿਆਂ ਸਭ ਤੋਂ ਪਹਿਲਾਂ ਆਪਣੇ ਦੁਸ਼ਮਣਾਂ ਤੋਂ ਬਦਲੇ ਲੈਣੇ ਸ਼ੁਰੂ ਕਰਤੇ। ਉਹਨਾਂ ਨੂੰ ਰਿਆਸਤ 'ਚੋਂ ਕੱਢਿਆ, ਉਹਨਾਂ ਦੀਆਂ ਜਾਇਦਾਦਾਂ ਸਮਾਨ ਜ਼ਬਤ ਕਰ ਲਏ, ਲੋਕਾਂ ਨੂੰ ਲੁੱਟਣਾ ਸ਼ੁਰੂ ਕਰਤਾ, ਆਪਣੇ ਆਦਮੀ ਰਿਆਸਤ ਵਿੱਚ ਭਰਤੀ ਕਰ ਲਏ ਤੇ ਆਪਾ ਧਾਪੀ ਮਚਾਤੀ। ਤਾਂ ਫਿਰ ਪਟਿਆਲੇ ਰਿਆਸਤ ਦਾ ਸਾਰਾ ਖਜ਼ਾਨਾ ਹੀ ਤਬਾਹ ਹੋ ਗਿਆ। ਹੁਣ ਮਹਾਰਾਜਾ ਸਾਹਿਬ ਦੇ ਅਖਤਿਆਰ ਪ੍ਰਾਪਤ ਕਰਨ ਤੋਂ ਪਹਿਲਾਂ ਗਿਆਨੀ ਜੀ ਕਹਿੰਦੇ ਕੁਝ ਹਾਲ ਦੱਸਣਾ ਚਾਹੁੰਦਾ ਹੈ ਕਿ ਜਦੋਂ ਮਹਾਰਾਜਾ ਨਰਿੰਦਰ ਸਿੰਘ ਚਲਾਣਾ ਕਰਦਾ, ਉਸ ਸਮੇਂ ਮਹਾਰਾਜੇ ਮਹਿੰਦਰ ਸਿੰਘ ਦੀ ਉਮਰ 10 ਸਾਲ 4 ਮਹੀਨੇ 12 ਦਿਨਾਂ ਦੀ ਸੀ। 29 ਜਨਵਰੀ ਸਨ 1863 ਨੂੰ ਗੱਦੀ ਤੇ ਬਿਠਾਉਣ ਦੀ ਰਸਮ ਬੜੀ ਧੂਮ-ਧਾਮ ਨਾਲ ਹੋਈ ਤੇ ਮਹਾਰਾਜਾ ਸਾਹਿਬ ਬਾਬ ਤੇ ਰਸਮ ਅਦਾ ਕਰਨ ਦੇ ਵਾਸਤੇ ਲਾਰਡ ਸਾਹਿਬ ਅਹਿਲਕਾਰਾਂ ਸਮੇਤ ਪਟਿਆਲੇ ਪਹੁੰਚਿਆ। ਗਵਰਨਮੈਂਟ ਵੱਲੋਂ ਖਿਲਤ ਪੇਸ਼ ਹੋਏ। ਹਿੰਦੁਸਤਾਨ ਦੇ ਕੁਝ ਰਾਜੇ ਸਤਲੁਜ ਦੇ ਪਾਰ ਦੇ ਛੋਟੇ ਵੱਡੇ ਰਈਸ ਜਲਸੇ 'ਚ ਸ਼ਾਮਲ ਹੋਏ। ਇਹ ਜਲਸਾ ਇੰਨੀ ਸਹਾਇਤਾ ਨਾਲ ਹੋਇਆ ਕਿ ਐਸਾ ਜਲਸਾ ਇਹ ਤੋਂ ਪਹਿਲਾਂ ਪਟਿਆਲੇ 'ਚ ਨਹੀਂ ਸੀ ਹੋਇਆ। ਹੁਣ ਅਕਤੂਬਰ 1864 ਨੂੰ ਲਾਰਡ ਲਾਰੈਂਸ ਸਾਹਿਬ ਬਹਾਦਰ ਨੇ ਲਾਹੌਰ ਦੇ ਵਿੱਚ ਇੱਕ ਦਰਬਾਰ ਪੰਜਾਬ ਦੇ ਰਈਸਾਂ ਦਾ ਕੀਤਾ ਤੇ ਇਹਦੇ ਵਿੱਚ ਮਹਾਰਾਜੇ ਰਣਵੀਰ ਸਿੰਘ ਜੰਮੂ ਵਾਲਾ ਵੀ ਆਇਆ। ਜਦੋਂ ਮਹਾਰਾਜਾ ਮਹਿੰਦਰ ਸਿੰਘ ਵੀ ਜਲਸੇ ਦੀ ਰੌਣਕ ਵਧਾਉਣ ਵਾਸਤੇ ਲਾਹੌਰ ਗਿਆ ਤਾਂ 5 ਮਾਰਚ 1865 ਨੂੰ ਮਹਾਰਾਜਾ ਸਾਹਿਬ ਦੀ ਸ਼ਾਦੀ ਸਰਦਾਰ ਰਾਮ ਨਰੈਣ ਸਿੰਘ ਫੈਜ਼ਲਪੁਰੀਏ ਦੀ ਲੜਕੀ ਨਾਲ ਬੜੀ ਧੂਮ-ਧਾਮ ਤੇ ਸੱਜ ਧਜ ਨਾਲ ਸਰਹੰਦ ਦੇ ਮੁਕਾਮ ਤੇ ਹੋਈ। ਸਰਦਾਰ ਰਾਮ ਨਰੈਣ ਦੀ ਹਾਲਤ ਕਮਜ਼ੋਰ ਹੋਣ ਕਰਕੇ ਇਹਨਾਂ ਦੇ ਵਿੱਚ ਇਸ ਬਰਾਤ ਦੇ ਪ੍ਰਬੰਧ ਦੀ ਤਾਕਤ ਨਹੀਂ ਸੀ ਤੇ ਨਾ ਹੀ ਇਹਨਾਂ ਦੇ ਪਿੰਡ ਵਿੱਚ ਆਰਾਮ ਵਾਸਤੇ ਕੋਈ ਲੋੜੀਂਦੇ ਮਕਾਨ ਸੀ। ਇਸ ਕਰਕੇ ਸਰਦਾਰ ਰਾਮ ਨਰੈਣ ਸਿੰਘ ਦੀ ਮਨਸ਼ਾ ਨਾਲ ਸਰਹੰਦ ਦਾ ਮੁਕਾਮ ਸ਼ਾਦੀ ਵਾਸਤੇ ਨੀਅਤ ਹੋਇਆ, ਜਿੱਥੇ ਪ੍ਰਬੰਧ ਕਰਨੇ ਪਏ। ਵੀ ਇਹ ਵਿਆਹ ਤੇ ਚੰਗਾ ਦਿਲ ਖੋਲ ਕੇ ਰੁਪਈਆ ਖਰਚ ਕੀਤਾ। ਇਸ ਤਰ੍ਹਾਂ ਦੇ ਨਾਲ ਉਸ ਸਮੇਂ ਲਗਭਗ 70 ਲੱਖ ਰੁਪਈਆ ਵਿਆਹ ਤੇ ਖਰਚਾ ਕੀਤਾ ਗਿਆ। 1869 ਈਸਵੀ ਨੂੰ ਕਾਬਲ ਦੇ ਅਮੀਰ ਅਲੀ ਸ਼ੇਰ ਖਾਂ ਦੇ ਆਉਣ ਤੇ ਅੰਬਾਲੇ 'ਚ ਇੱਕ ਵੱਡਾ ਜਲਸਾ ਹੋਇਆ, ਜਿਹਦੇ ਵਿੱਚ ਪੰਜਾਬ ਦੇ ਰਈਸ ਸ਼ਾਮਲ ਹੋਏ। ਮਹਾਰਾਜਾ ਮਹਿੰਦਰ ਸਿੰਘ ਨੂੰ ਵੀ ਇਹਦੇ 'ਚ ਆਉਣਾ ਪਿਆ। ਫਿਰ ਮਾਰਚ 1870 ਵਿੱਚ ਜੋ ਦਰਬਾਰ ਸ਼ਾਹਜ਼ਾਦਾ ਸਾਹਿਬ ਹਿਜ ਰਾਇਲ ਹਾਈਨੈਸ ਲਾ ਰਾਬਰਟ ਸਾਹਿਬ ਬਹਾਦਰ ਉਹਦੇ ਆਉਣ ਤੇ ਲਾਹੌਰ 'ਚ ਹੋਇਆ। ਇਹ ਜਲਸਾ ਮਹਾਰਾਜੇ ਵਾਸਤੇ ਇੰਨਾ ਮੁਬਾਰਕ ਹੋਇਆ, ਇੱਥੋਂ ਵੀਰੇ ਅਖਤਿਆਰ ਲੈ ਕੇ ਵਾਪਸ ਮੁੜਿਆ। ਉਹਨਾਂ ਹੀ ਦਿਨਾਂ ਦੇ ਵਿੱਚ ਫਿਰ ਪੰਜਾਬ ਯੂਨੀਵਰਸਿਟੀ ਕਾਇਮ ਹੋਈ ਤੇ ਮਹਾਰਾਜਾ ਸਾਹਿਬ ਨੇ ਆਪਣੀ ਦਰਿਆ ਦਿਲੀ ਨਾਲ 56,000 ਰੁਪਈਆ ਪੰਜਾਬ ਯੂਨੀਵਰਸਿਟੀ ਨੂੰ ਦਾਨ ਦਿੱਤਾ। ਫਿਰ ਮਹਾਰਾਜਾ ਸਾਹਿਬ ਲਾਰਡ ਮਿਊ ਸਾਹਿਬ ਬਹਾਦਰ ਵੈਸਰਾਏ ਹਿੰਦ ਦੇ ਸੱਦਣ ਤੇ ਸ਼ਿਮਲੇ ਗਿਆ। ਉੱਥੇ ਇਹਨਾਂ ਨੂੰ ਨਾਈਟ ਗ੍ਰੇਡ ਕਮਾਂਡ ਤਬਕੇ ਤੇ ਅਲੀ ਸਤਰਾਏ ਹਿੰਦ ਦਾ ਖਿਤਾਬ ਮਿਲਿਆ। ਸ਼ਿਮਲੇ ਤੋਂ ਮੁੜਿਆ ਮਹਾਰਾਜਾ ਮਹਿੰਦਰ ਤੇ ਆਪਣੇ ਬਹਿਨੋਈ ਰਾਣਾ ਸਾਹਿਬ ਧੌਲਪੁਰ ਦੇ ਚਲਾਣਾ ਕਰ ਜਾਣ ਤੇ ਫਿਰ ਇਹਨੂੰ ਮਾਤਮਪੁਰਸ਼ੀ ਵਾਸਤੇ ਧੌਲਪੁਰ ਜਾਣਾ ਪਿਆ। ਫਿਰ ਉੱਥੋਂ ਮੁੜ ਕੇ ਇਹ ਲੈਫਟੀਨੈਂਟ ਗਵਰਨਰ ਪੰਜਾਬ ਦੇ ਕਹਿਣ ਤੇ ਦਰਿਆ ਸਤਲੁਜ ਦੇ ਖੋਲ੍ਹਣ ਦੀ ਰਸਮ ਵੀ ਅਦਾ ਕੀਤੀ। 22 ਨਵੰਬਰ 1870 ਨੂੰ ਇਸ ਮਹਾਰਾਜੇ ਨੇ ਪਟਿਆਲੇ 'ਚ ਵੱਡਾ ਦਰਬਾਰ ਕੀਤਾ ਤੇ ਅੰਗਰੇਜ਼ ਅਫਸਰ ਸਰ ਲੈਪਨ ਗ੍ਰਿਫਨ ਵੀ ਉੱਥੇ ਮੌਜੂਦ ਸੀ। ਮਹਾਰਾਜੇ ਨੇ ਆਪਣੇ ਅਹੁਦੇਦਾਰਾਂ ਨੂੰ 70,000 ਰੁਪਏ ਦੀਆਂ ਖਿਲਤਾਂ ਦੇ ਸੋਨੇ ਦੇ ਕੜੇ ਦੁਸ਼ਾਲੇ ਇਨਾਮ 'ਚ ਦਿੱਤੇ। ਖਲੀਫਾ ਮੁਹੰਮਦ ਹਸਨ, ਵਜ਼ੀਰ ਆਜ਼ਮ ਮਾਸਟਰ ਰਾਮਚੰਦ, ਦੀਵਾਨ ਇਮਦਾਦ ਅਲੀ, ਮੀਰ ਮੁਨਸ਼ੀ ਮੁਹੰਮਦ ਹੁਸੈਨ, ਇਹ ਵੱਡੇ ਵੱਡੇ ਅਹੁਦੇਦਾਰਾਂ ਨੂੰ 1,000 ਰੁਪਏ ਦੀ ਆਮਦਨੀ ਦੇ ਪਿੰਡ ਚੰਗੀ ਖਿਦਮਤ ਦੇ ਬਦਲੇ ਹਮੇਸ਼ਾ ਲਈ ਦਿੱਤੇ। ਉਸੇ ਸਾਲ ਹੀ ਇਹ ਮਹਾਰਾਜੇ ਨੇ ਨਾਰਨੌਲ ਦੇ ਇਲਾਕੇ ਦਾ ਦੌਰਾ ਕੀਤਾ। ਫਿਰ 20 ਜਨਵਰੀ 1871 ਨੂੰ ਮਹਾਰਾਜਾ ਕਲਕੱਤੇ ਜਾਣ ਵਾਸਤੇ ਸਵਾਰ ਹੋਇਆ ਤੇ ਉੱਥੇ ਪਹੁੰਚ ਕੇ ਇੱਕ ਖਾਸ ਦਰਬਾਰ ਵਿੱਚ ਜੋ ਇਹਦੇ ਵਾਸਤੇ ਹੀ ਕੀਤਾ ਗਿਆ ਸੀ
ਤਬਕਾ ਏ ਆਲੀ ਸਤਾਰਾ ਏ ਹਿੰਦ, ਸਤਾਰਾ ਜਿਵੇਂ ਕਹਿ ਦਿੰਦੇ, ਉਹ ਖਿਤਾਬ ਇਹਨੂੰ ਮਿਲਿਆ। ਫਿਰ ਇੱਥੋਂ ਗਿਆ ਪਟਨਾ ਬਨਾਰਸ, ਇਉਂ ਮਾਰਚ ਮਹੀਨੇ ਵਿੱਚ ਪਟਿਆਲੇ ਆਇਆ। 31 ਅਕਤੂਬਰ 1871 ਨੂੰ ਮਹਾਰਾਜਾ ਭਗਵਾਨ ਸਿੰਘ ਨਾਭੇ ਵਾਲਾ, ਉਹ ਦਿਲ ਦੀ ਬਿਮਾਰੀ ਨਾਲ ਚਲਾਣਾ ਕਰ ਗਿਆ। ਉਹਦੇ ਕੋਈ ਸੰਤਾਨ ਨਹੀਂ ਸੀ, ਇਸ ਕਰਕੇ ਉਹਦੀ ਥਾਂ ਤੇ ਫਿਰ ਮਹਾਰਾਜੇ ਜੀਂਦ ਦੀ ਮਨਸ਼ਾ ਦੇ ਨਾਲ 5 ਮਈ 1861 ਨੂੰ ਸਰਦਾਰ ਹੀਰਾ ਸਿੰਘ ਜੀ ਬਡਰੁੱਖਾਂ ਵਾਲਾ, ਜਿਹੜਾ ਕਿ ਭਾਈ ਤਲੋਕੇ ਦੇ ਖਾਨਦਾਨ ਵਿੱਚੋਂ ਸੀ ਤਾਂ ਇਹ ਵੀ ਫੂਲਕਿਆਂ ਚੋਂ ਹੀ, ਰਾਮਾ ਤੇ ਤਲੋਕਾ ਦੋ ਜਾਣੇ ਹੀ, ਉਹਦੇ ਵਿਹੋਣ ਕਰਕੇ ਫਿਰ ਰਿਆਸਤ ਦੇ ਹੱਕਦਾਰ ਤੇ ਮਹਾਰਾਜਾ ਬਣਾਉਣ ਲਈ ਚੁਣੇ ਗਏ। ਗਵਰਨਮੈਂਟ ਦੀ ਮਨਜ਼ੂਰੀ ਦੇ ਨਾਲ 10 ਅਗਸਤ 1871 ਨੂੰ ਸਰਦਾਰ ਹੀਰਾ ਸਿੰਘ ਨਾਭੇ ਦੀ ਗੱਦੀ ਤੇ ਬੈਠਾ ਤੇ ਇਹ ਰਸਮ ਹੋਈ। ਮਹਾਰਾਜਾ ਸਾਹਿਬ ਸ਼ਿਮਲੇ ਗਏ, ਉੱਥੇ ਲਾਟ ਬਹਾਦਰ ਨੂੰ ਮਿਲੇ, ਜਿੱਥੇ ਇਹਨਾਂ ਨੇ ਫਿਰ ਯਤੀਮਖਾਨੇ ਨੂੰ ਵੀ 12,000 ਰੁਪਇਆ ਦਾਨ ਦਿੱਤਾ। ਜਦੋਂ ਪਟਿਆਲੇ ਮੁੜ ਆਏ ਇੱਥੇ ਵਿੱਦਿਆ ਪ੍ਰਾਪਤੀ ਵਾਸਤੇ, ਫਿਰ ਇਹਨਾਂ ਨੇ ਇੱਕ ਖਾਸ ਕਾਲਜ ਦੀ ਨਿਉ ਰੱਖੀ, ਅੱਜ ਵੀ ਆਪਾਂ ਵੇਖਦੇ ਹਾਂ, ਜਿਹਦਾ ਨਾਮ ਮਹਿੰਦਰਾ ਕਾਲਜ ਹੈ। 60,000 ਰੁਪਇਆ ਦੇ ਖਰਚ ਵਾਸਤੇ ਮਨਜ਼ੂਰ ਕੀਤਾ ਤੇ ਮਾਸਟਰ ਰਾਮਚੰਦ ਦਾ ਨੂੰ ਡਾਇਰੈਕਟਰ ਨਿਯੁਕਤ ਕੀਤਾ। ਲਾਲਾ ਗਰਧਾਰੀ ਲਾਲ ਇੱਕ ਹੋਰ ਸੱਜਣ ਇੰਸਪੈਕਟਰ ਬਣਾਏ। ਇਸੇ ਸਾਲ ਪਟਿਆਲੇ ਤੱਕ ਤਾਰ ਬਰਕੀ ਦਾ ਪ੍ਰਬੰਧ ਹੋ ਗਿਆ ਤੇ ਮਹਾਰਾਜਾ ਸਾਹਿਬ ਦੇ ਲਗਾਤਾਰ ਜ਼ੋਰ ਦੇਣ ਤੇ ਫਿਰ ਗਵਰਨਮੈਂਟ ਨੇ ਸਰਹੰਦ ਵਿੱਚ ਨਹਿਰ ਕੱਢਣੀ ਮਨਜ਼ੂਰ ਕੀਤੀ। ਇਹ ਨਹਿਰ ਤੇ 2 ਕਰੋੜ ਤੇ 98,04,277 ਰੁਪਏ ਖਰਚ ਹੋਣ ਦਾ ਅਨੁਮਾਨ ਲਾਇਆ, ਜਿਹਦੇ ਵਿੱਚੋਂ 1 ਕਰੋੜ 6 ਲੱਖ ਤੇ 22,176 ਰੁਪਏ ਰਾਜਗਨ ਫੂਲ ਨੇ ਇਸ ਤਰ੍ਹਾਂ ਵੰਡ ਦੇ ਮੁਤਾਬਕ ਦਿੱਤੇ ਕਿ 4,47,620 ਰਾਜਾ ਸਾਹਿਬ ਤੇ ਜੀਂਦ ਦੇ 9,97,477 ਮਹਾਰਾਜੇ ਨਾਭੇ ਦੇ। ਬਾਕੀ ਰਕਮ ਜਿਹੜੀ ਉਹ ਮਹਾਰਾਜੇ ਪਟਿਆਲੇ ਨੇ ਦਿੱਤੀ। ਇਹ ਫਿਰ ਜਿਹਨੂੰ ਹੁਣ ਤੱਕ ਆਪਾਂ ਸਰਹੰਦ ਨਹਿਰ ਕਹਿੰਦੇ ਹਾਂ, ਜਿਹਦੇ ਨਾਲ ਰਿਆਸਤ ਨੂੰ ਬਹੁਤ ਵੱਡਾ ਫਾਇਦਾ ਮਿਲਿਆ। ਮਹਾਰਾਜਾ ਮਹਿੰਦਰ ਸਿੰਘ ਜਿਹੜਾ ਸੀ, ਇਹ ਬੜਾ ਪੜ੍ਹਿਆ ਲਿਖਿਆ, ਸਮਝਦਾਰ ਤੇ ਲਾਇਕ ਸੀ। ਇਹਨੂੰ ਆਪਣੀ ਰਿਆਸਤ ਤੇ ਪਰਜਾ ਦੀ ਬਿਹਤਰੀ ਦਾ ਹਮੇਸ਼ਾ ਖਿਆਲ ਰਹਿੰਦਾ। ਇਹਨੇ ਪਹਿਲਾਂ ਆਪਣੀ ਰਿਆਸਤ ਵਿੱਚ ਥਾਂ-ਥਾਂ ਸਕੂਲ ਖੋਲ੍ਹੇ, ਫਿਰ ਕਾਲਜ ਬਣਾਇਆ, ਫਿਰ ਜ਼ਿਮੀਂਦਾਰਾਂ ਦੇ ਲਾਭ ਵਾਸਤੇ ਨਹਿਰ ਦਾ ਪ੍ਰਬੰਧ ਕੀਤਾ ਤੇ ਫਿਰ ਥਾਂ-ਥਾਂ ਤੇ ਇਸ ਨੇ ਹਸਪਤਾਲ ਬਣਾਏ ਤਾਂ ਕਿ ਲੋਕੀ ਦਵਾਈ ਲੈ ਕੇ ਵੀ ਦੁੱਖਾਂ ਤੋਂ ਛੁਟਕਾਰਾ ਪਾਉਣ। 1874 ਈਸਵੀ ਨੂੰ ਮਹਾਰਾਜਾ ਸਾਹਿਬ ਬਿਕਰਮਾ ਸਿੰਘ ਫਰੀਦਕੋਟ ਦੇ ਤਖਤ ਤੇ ਬੈਠਣਾ ਸੀ, ਇਸ ਕਰਕੇ ਪਟਿਆਲੇ ਵਾਲਾ ਹੀ ਮਹਾਰਾਜਾ ਉਸ ਸਮੇਂ ਫਰੀਦਕੋਟ ਗਿਆ। ਫਿਰ ਇਸ ਸਾਲ ਨਵੰਬਰ ਦੇ ਮਹੀਨੇ ਦੀਵਾਲੀ ਦਾ ਮੌਕਾ ਆਇਆ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਗਿਆ, ਜਿੱਥੇ 18,000 ਰੁਪਇਆ ਨਗਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭੇਟਾ ਰੱਖ ਕੇ ਨੇ ਮੱਥਾ ਟੇਕਿਆ। 51,000 ਦੀ ਅਰਦਾਸ ਕਰਾਈ ਤੇ ਇਹਦੀ ਆਮਦਨੀ ਨਾਲ ਹਮੇਸ਼ਾ ਲੰਗਰ ਜਾਰੀ ਰਹੇ, ਪਰ ਇਹ ਰਕਮ ਰਿਆਸਤ ਵਿੱਚ ਹੀ ਰਹਿ ਗਈ। ਦਰਬਾਰ ਸਾਹਿਬ ਨੂੰ ਅਜੇ ਤੱਕ ਨਹੀਂ ਦਿੱਤੀ ਗਈ, ਜਦੋਂ ਤੱਕ ਗਿਆਨੀ ਜੀ ਨੇ ਇਤਿਹਾਸ ਲਿਖਿਆ, ਕਿਉਂਕਿ ਜਿਹੜੇ ਵਿੱਚ ਅਹਿਲਕਾਰ ਸੀ ਉਹਨਾਂ ਦੇ ਮਨ ਵਿੱਚ ਇਹੋ ਜਿਹੇ ਆ ਗਏ, ਉਹਨਾਂ ਨੇ ਉਹ ਰਕਮ ਜਾਰੀ ਨਾ ਕੀਤੀ ਜਿਹੜੀ 51,000 ਦੀ ਅਰਦਾਸ ਕਰਾਈ ਸੀ ਕਿ ਦੇਵਾਂਗੇ। ਮਹਾਰਾਜਾ ਸਾਹਿਬ ਅੰਮ੍ਰਿਤਸਰ ਤੋਂ ਚੱਲ ਕੇ ਲਾਹੌਰ, ਫਿਰ ਮੁਲਤਾਨ ਦੀ ਸੈਰ ਕਰਕੇ ਵਾਪਸ ਪਟਿਆਲੇ ਆ ਗਿਆ। ਫਿਰ 1875 'ਚ ਇਹਨੇ ਦਿੱਲੀ ਗਵਰਨਰ ਸਾਹਿਬ ਨੇ ਦਰਬਾਰ ਕੀਤਾ, ਜਿਹਦੇ 'ਚ ਸ਼ਾਮਲ ਹੋਇਆ ਮਹਿੰਦਰ ਸਿੰਘ। ਜੂਨ 1876 ਨੂੰ ਸ਼ਾਹਜ਼ਾਦਾ ਵੇਲਜ਼ ਹਿੰਦੁਸਤਾਨ ਆਇਆ ਤਾਂ ਮਹਾਰਾਜੇ ਮਹਿੰਦਰ ਸਿੰਘ ਨੇ ਕਲਕੱਤੇ ਪਹੁੰਚ ਕੇ ਮੁਲਾਕਾਤ ਕੀਤੀ। ਫਿਰ ਮਹਾਰਾਜਾ ਵਾਪਸ ਪਟਿਆਲੇ ਰਾਜਪੁਰੇ ਦੇ ਮੁਕਾਮ ਤੇ ਉਹਦੇ ਨਾਲ ਦੂਜੀ ਵਾਰ ਮੁਲਾਕਾਤ ਹੋਈ। ਐਸਾ ਸਮਾਂ ਆਇਆ ਕਿ ਇਸ ਮਹਾਰਾਜੇ ਮਹਿੰਦਰ ਸਿੰਘ ਨੂੰ ਸ਼ਰਾਬ ਪੀਣ ਦੀ ਆਦਤ ਪੈ ਗਈ, ਜਿਸ ਤੋਂ ਫਿਰ ਇਹਦੀ ਅਰੋਗਤਾ ਵਿੱਚ ਫਰਕ ਆ ਗਿਆ। ਇੱਕ ਦਿਨ ਸ਼ਿਕਾਰ ਖੇਡ ਕੇ ਆਉਂਦਿਆਂ ਸ਼ਰਾਬ ਦਾ ਗਲਾਸ ਪੀ ਲਿਆ ਤੇ ਉਹ ਇਹਦੇ ਵਾਸਤੇ ਇੱਕ ਤਰ੍ਹਾਂ ਨਾਲ ਜ਼ਹਿਰ ਬਣ ਗਿਆ। ਝੱਟ-ਪੱਟ ਬਿਨਾਂ ਕੁਝ ਬੋਲੇ ਚਾਲੇ ਫਿਰ ਵਸੀਅਤ ਕੀਤੇ ਦੇ ਹੀ ਇਹ ਚਲਾਣਾ ਕਰ ਗਿਆ। ਮਹਾਰਾਜੇ ਮਹਿੰਦਰ ਸਿੰਘ ਦੇ ਉਹ ਚਲਾਣਾ ਕਰ ਜਾਣ ਦੀ ਗੱਲ ਸੁਬੇ ਵਾਲੀ ਸੀ। ਆਮ ਲੋਕਾਂ ਦੇ ਰਾਏ ਦਿਲ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਗਏ, ਪਰ ਗਵਰਨਮੈਂਟ ਨੇ ਜੋ ਫੈਸਲਾ ਕੀਤਾ ਸੀ ਉਹ ਤੋਂ ਬਿਨਾਂ ਕੋਈ ਆਖਰੀ ਰਾਏ ਕਾਇਮ ਨਹੀਂ ਸੀ ਹੋ ਸਕਦੀ। ਇਹ ਮਹਾਰਾਜਾ ਮਹਿੰਦਰ ਸਿੰਘ ਬੜਾ ਯੋਗ, ਪੜ੍ਹਿਆ ਲਿਖਿਆ, ਸਿਆਣਾ ਸੀ।
ਇਹ ਆਪਣੇ ਆਪ ਨੂੰ ਪ੍ਰਜਾ ਦੇ ਭਲੇ ਦਾ ਖਿਆਲ ਰੱਖਦਾ ਰਹਿੰਦਾ ਸੀ। ਜਦੋਂ ਇਹਨੂੰ ਪਤਾ ਲੱਗਿਆ ਕਿ ਅਹਿਲਕਾਰ ਰਿਸ਼ਵਤ ਲੈਂਦੇ ਆ, ਇਹਨੇ ਚੁਣ ਕੇ ਉਹਨਾਂ ਨੂੰ ਮੌਕੂਫ ਕੀਤਾ, ਰਿਆਸਤ ਤੋਂ ਬਾਹਰ ਕੱਢ ਕੇ ਕੈਦ ਕੀਤੇ। ਇਉਂ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਤਵੱਜੋ ਜਿਹੜੀ ਹੈ ਵੱਡੇ ਕਰਮਚਾਰੀਆਂ ਦੇ ਕੰਮ ਵੇਖ ਕੇ ਵੀ ਫਿਰ ਗਈ ਸੀ। ਉਹ ਚਾਹੁੰਦੇ ਸੀ ਕਿ ਇਹਨਾਂ ਦੀ ਖਬਰ ਲਈ ਜਾਵੇ, ਪਰ ਜਿਹੜੇ ਚਲਾਕ ਅਹਿਲਕਾਰ ਉਹਨਾਂ ਨੇ ਖਬਰ ਲੈਣ ਤੋਂ ਪਹਿਲਾਂ ਹੀ ਰਸੋਈਆਂ ਨਾਲ ਮਿਲ ਕੇ ਇਹਨਾਂ ਦੀ ਖਬਰ ਲੈ ਲਈ। ਇਹ ਵੀ ਕਿਹਾ ਜਾਂਦਾ ਕਿ ਇਸ ਮਹਾਰਾਜੇ ਮਹਿੰਦਰ ਸਿੰਘ ਨੂੰ ਉਹਨਾਂ ਅਹਿਲਕਾਰਾਂ ਨੇ ਜ਼ਹਿਰ ਦਵਾਤੀ। ਇਸ ਗੱਲ ਦਾ ਸੁਭਾਅ ਸ਼ੱਕ ਇਸ ਗੱਲ ਤੋਂ ਹੋਰ ਵੀ ਵੱਧ ਜਾਂਦਾ ਹੈ ਕਿ ਮਹਾਰਾਜੇ ਮਹਿੰਦਰ ਸਿੰਘ ਦੀ ਮੌਤ ਤੋਂ ਬਾਅਦ ਇਹਦੀ ਲਾਸ਼ ਨੂੰ ਝੱਟ-ਪੱਟ ਸੰਸਕਾਰ ਕਰਤਾ। ਡਾਕਟਰ ਤੱਕ ਦੀ ਉਡੀਕ ਵੀ ਨਹੀਂ ਕੀਤੀ ਗਈ, ਜੋ ਮਹਾਰਾਜਿਆਂ ਦੇ ਰਾਜਿਆਂ ਦੇ ਇਤਿਹਾਸ ਵਿੱਚ ਹੁੰਦਾ ਹੈ ਕਿ ਜਿੰਨਾ ਸਮਾਂ ਡਾਕਟਰ ਆ ਕੇ ਡੈੱਡ ਬੋਡੀ ਡਿਕਲੇਅਰ ਨਾ ਕਰੇ ਸੰਸਕਾਰ ਨਹੀਂ ਸੀ ਹੁੰਦਾ। ਪਰ ਇਹਦੀ ਵੀ ਉਡੀਕ ਨਹੀਂ ਹੋਈ। ਗਵਰਨਮੈਂਟ ਵੱਲੋਂ ਇਹਦੀ ਖੋਜ ਹੋਈ ਪਰ ਲਾਸ਼ ਜਲ ਚੁੱਕੀ ਸੀ, ਤਾਂ ਕਿ ਹੁਣ ਚੁੱਕਣ ਮਗਰੋਂ ਕੋਈ ਦੂਜਾ ਪੱਕਾ ਸਬੂਤ ਜ਼ਹਿਰ ਦਿੱਤੇ ਜਾਣ ਦਾ ਬਾਕੀ ਨਾ ਰਿਹਾ। ਇਸ ਕਰਕੇ ਹੋਰ ਕੋਈ ਪੱਕਾ ਸਬੂਤ ਇਸ ਗੱਲ ਦਾ ਮਿਲ ਨਾ ਸਕਿਆ। ਇਸ ਖਿਆਲ ਤੋਂ ਐਸੀਆਂ ਰਿਆਸਤਾਂ ਦੇ ਰਈਸਾਂ ਦੇ ਅਤਨਚੇਤ ਚਲਾਣਿਆਂ ਦੀ ਖਬਰ ਆਈ। ਮੌਤ ਨਾਲ ਨਹੀਂ ਸਮ ਝੂਠੀਆਂ ਵਾਹਾਂ ਬਣਾ ਦਿੱਤੀਆਂ ਜਾਂਦੀਆਂ। ਇਸ ਕਰਕੇ ਗੱਲ ਨੂੰ ਵੀ ਇਤਬਾਰਯੋਗ ਨਾ ਸਮਝਿਆ। ਇਹ ਹੋਇਆ ਵੀ ਇਹੋ ਜਿਹੀਆਂ ਗੱਲਾਂ ਅੱਗੇ ਵੀ ਕਈਆਂ ਨਾਲ ਹੋਈਆਂ, ਇਹ ਝੂਠੀਆਂ ਹੋ ਸਕਦੀਆਂ। ਤਾਂ ਮਹਾਰਾਜੇ ਮਹਿੰਦਰ ਸਿੰਘ ਦੇ ਪਿੱਛੋਂ ਕੌਂਸਲ ਆਫ ਰੀਜੈਂਸੀ ਦੇ ਹੱਥ ਪਟਿਆਲਾ ਰਿਆਸਤ ਦਾ ਪ੍ਰਬੰਧ ਹੋ ਗਿਆ। ਸਰਦਾਰ ਦੇਵਾ ਸਿੰਘ KCSC ਤੇ ਦੂਜੇ ਮੈਂਬਰਾਂ ਦੀ ਤਨਖਾਹ ਇੱਕੋ ਜਿੰਨੀ 1600 ਰੁਪਈਆ ਨਿਯਤ ਹੋ ਗਈ। ਪ੍ਰੈਜ਼ੀਡੈਂਟ ਸਰਦਾਰ ਦੇਵਾ ਸਿੰਘ ਦੀ ਤਨਖਾਹ 1800 ਨਿਯਤ ਹੋਈ, ਪਰ ਉਹ ਉਹਨਾਂ ਨੇਕ ਨੀਤੀ ਨਾਲ 200 ਮਹਾਰਾਜਾ ਰਜਿੰਦਰ ਸਿੰਘ ਦੀ ਭੇਟਾ ਕਰਤਾ, ਜੀ ਤੋਂ ਤਿੰਨਾਂ ਦੀ ਤਨਖਾਹ ਫਿਰ 1600 ਰੁਪਈ ਹੋਈ। ਸਰਦਾਰ ਦੇਵਾ ਸਿੰਘ ਕੌਂਸਲ ਦੇ ਪ੍ਰੈਜ਼ੀਡੈਂਟ, ਇਹ ਬੜਾ ਦਾਨਾ ਸਮਝਦਾਰ ਸ਼ਰੀਫ ਤੇ ਨੇਕ ਨੀਤ ਆਦਮੀ ਸੀ। ਇਹਦੀ ਪ੍ਰਧਾਨਗੀ ਵਿੱਚ 14 ਸਾਲ ਕੌਂਸਲ ਨੇ ਮੁਲਕ ਦਾ ਸੋਹਣਾ ਪ੍ਰਬੰਧ ਕੀਤਾ ਤੇ ਗਵਰਨਮੈਂਟ ਔਰ ਪ੍ਰਜਾ ਦੋਵੇਂ ਖੁਸ਼ ਹੋਏ। ਨਹਿਰ, ਰੇਲ, ਹਸਪਤਾਲ, ਡਾਕਖਾਨੇ, ਸਕੂਲ, ਕਾਲਜ ਇਹਦੀ ਕੌਂਸਲ ਦੇ ਸਮੇਂ ਵਿੱਚ ਬਹੁਤ ਬਣੇ। ਇੰਨਾ ਖਰਚ ਹੋਣ ਤੇ ਵੀ ਜਦੋਂ ਇਸ ਕੌਂਸਲ ਨੇ ਆਪਣਾ ਹਿਸਾਬ ਦਿੱਤਾ ਤਾਂ 1 ਕਰੋੜ ਰੁਪਇਆ ਨਗਦ ਖਜ਼ਾਨੇ 'ਚ ਮੌਜੂਦ ਸੀ। ਜਿਹੜੀ ਤਰੱਕੀ ਇਹ ਕੌਂਸਲ ਦੇ ਸਮੇਂ ਪਟਿਆਲੇ ਰਾਜ ਨੂੰ ਹੋਈ, ਇਹ ਤੋਂ ਪਹਿਲਾਂ ਕਿਸੇ ਰਾਜੇ ਦੇ ਵੇਲੇ ਵੀ ਨਹੀਂ ਹੋਈ। ਸਰਦਾਰ ਦੇਵਾ ਸਿੰਘ ਦੀ ਵਿਰੋਧੀ ਪਾਰਟੀ ਸਦਾ ਹੀ ਇਹਨੂੰ ਬਦਨਾਮ ਕਰਨ 'ਚ ਲੱਗੀ ਰਹੀ, ਪਰ ਸੱਚ ਨੂੰ ਆਂਚ ਨਹੀਂ। ਇਸ ਗੱਲ ਤੇ ਸਦਾ ਇਹ ਦ੍ਰਿੜ ਰਿਹਾ। ਮਹਾਰਾਜਾ ਰਜਿੰਦਰ ਸਿੰਘ ਮਹਾਰਾਜਾ ਸੀ, ਪਰ ਕੰਮ ਕੌਂਸਲ ਚਲਾਉਣ ਦੀ ਇਹਦੀ ਭੈਣ ਦਾ ਵਿਆਹ ਇਸੇ ਕੌਂਸਲ ਦੇ ਸਮੇਂ ਸ਼ਾਹਜਾਦਪੁਰ ਦਾ ਰਈਸ ਸੀ ਸਰਦਾਰ ਜੀਵਨ ਸਿੰਘ, ਉਹਦੇ ਨਾਲ ਹੋਇਆ। ਇਸ ਵਿਆਹ ਤੇ ਲਗਭਗ 20 ਲੱਖ ਰੁਪਇਆ ਖਰਚ ਹੋਇਆ। ਹਾਥੀ, ਘੋੜੇ, ਹੋਰ ਸਮਾਨ ਸ਼ਾਹਜਾਦਪੁਰ ਦੇ ਸਰਦਾਰ ਦੇ ਘਰੇ ਪਹੁੰਚ ਗਿਆ। ਤੇ ਇਸੇ ਤਰ੍ਹਾਂ ਖਾਸ ਮਹਾਰਾਜਾ ਸਾਹਿਬ ਦਾ ਵਿਆਹ ਵੀ ਫਿਰ ਮਹਾਰਾਜੇ ਰਜਿੰਦਰ ਸਿੰਘ ਦਾ 27 ਵਿਸਾਖ 1945 ਬਿਕਰਮੀ ਸੰਮਤ ਨੂੰ ਸਰਦਾਰ ਕਿਸ਼ਨ ਸਿੰਘ ਮਾਨਸਾਹੀਆ ਚੌਕੇਰੀਆ ਵਾਲੇ ਦੀ ਲੜਕੀ ਨਾਲ ਸਾਜ ਧੱਜ ਕੇ ਹੋਇਆ, ਜਿਹਦੀ ਕੁੱਖ ਤੋਂ ਅੱਗੇ ਫਿਰ ਟਿੱਕਾ ਭੁਪਿੰਦਰ ਸਿੰਘ ਪੈਦਾ ਹੋਇਆ, ਜਿਹਨੂੰ ਆਮ ਭੂਪਾ ਵੀ ਕਹਿ ਦਿੰਦੇ। ਉਹ ਭੁਪਿੰਦਰ ਸਿੰਘ ਫਿਰ ਪੈਦਾ ਉਸੇ ਸਾਲ 22 ਫੱਗਣ ਨੂੰ ਕਮਰ ਸਾਹਿਬ ਮਹਾਰਾਜ ਦੇ ਛੋਟੇ ਭਰਾਤਾ ਦਾ ਵਿਵਾਹ ਵੀ ਸਰਦਾਰ ਲਹਿਣਾ ਸਿੰਘ ਰਾਮਗੜ੍ਹ ਵਾਲੇ ਦੀ ਲੜਕੀ ਨਾਲ ਹੋਇਆ। ਮਤਲਬ ਇਹ ਕਿ ਸਾਰੇ ਕੰਮ ਇਸ ਕੌਂਸਲ ਦੇ ਸਮੇਂ 'ਚ ਹੋਏ, ਜਿਨ੍ਹਾਂ ਦੇ ਉੱਤੇ 1 ਕਰੋੜ ਤੋਂ ਉੱਪਰ ਖਰਚ ਹੋਇਆ। ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਹੋਈ। ਮਹੀਨਾ ਅੱਸੂ ਦਾ 1947 ਬਿਕਰਮੀ ਸੰਮਤ ਮੁਤਾਬਕ 1890 ਈਸਵੀ ਵਿੱਚ ਮਹਾਰਾਜੇ ਰਜਿੰਦਰ ਸਿੰਘ ਨੂੰ ਅਖਤਿਆਰ ਮਿਲੇ ਤੇ ਕੌਂਸਲ ਆਫ ਰੀਜੈਂਸੀ ਦਾ ਜਿਹੜਾ ਸਮਾਂ ਸੀ ਉਹ ਸਮਾਪਤ ਹੋ ਗਿਆ ਤੇ ਮਹਾਰਾਜੇ ਨੇ ਹਕੂਮਤ ਦੀ ਵਾਗਡੋਰ ਹੱਥ 'ਚ ਲੈ ਲਈ। ਇੱਕ ਵੱਡਾ ਦਰਬਾਰ ਕੀਤਾ, ਜਿਹਦੇ ਵਿੱਚ ਕੌਂਸਲ ਦੇ ਮੈਂਬਰਾਂ ਨੂੰ ਉਹਨਾਂ ਦੀ ਸੇਵਾ ਦੇ ਬਦਲੇ ਖਿਲਤਾਂ ਦਿੱਤੀਆਂ। ਖਲੀਫਾ ਮੁਹੰਮਦ ਹਸਨ ਇਹ ਜਿਉਂ ਦਾ ਤਿਉਂ ਵਜ਼ੀਰ ਰਿਹਾ। ਸੰਮਤ 1952 ਬਿਕਰਮੀ 'ਚ ਇਹ ਜਦੋਂ ਗੁਜ਼ਰ ਗਿਆ ਤਾਂ ਸਰਦਾਰ ਗੁਰਦਿੱਤ ਸਿੰਘ ਵਜ਼ੀਰ ਬਣਿਆ ਮੁਹੰਮਦ ਹਸਨ ਦੀ ਜਗ੍ਹਾ ਤੇ। ਮਹਾਰਾਜਾ ਰਜਿੰਦਰ ਸਿੰਘ ਬੜਾ ਹੋਸ਼ਿਆਰ, ਪੜ੍ਹਿਆ ਲਿਖਿਆ, ਲਾਇਕ ਨੌਜਵਾਨ ਮਹਾਰਾਜਾ, ਬੜੇ ਉੱਚੇ ਆਜ਼ਾਦ ਖਿਆਲਾਂ ਦਾ।
ਇਹ ਇੰਨਾ ਸੀ ਕਿ ਪੋਲੋ ਤੇ ਘੋੜ ਦੌੜ ਦੇ ਵਿੱਚ ਇਹਨੂੰ ਬਹੁਤ ਯੋਗਤਾ ਸੀ। ਖਿਡਾਰੀ ਚੰਗਾ ਸੀ। ਵੱਡੇ ਵੱਡੇ ਅੰਗਰੇਜ਼ ਖਿਡਾਰੀ ਜਿਹੜੇ ਕਿ ਖੇਡਦੇ ਪੋਲੋ ਦੇ ਤੇ ਘੋੜ ਦੌੜ ਦੇ, ਉਹੀ ਜਿਹੜੀ ਅੰਗਰੇਜ਼ਾਂ ਦੀ ਖੇਡ ਮੰਨੀ ਜਾਂਦੀ ਸੀ, ਉਹ ਬਾਨੀ ਸਮਝੇ ਜਾਂਦੇ ਸੀ। ਪਰ ਮਹਾਰਾਜੇ ਰਜਿੰਦਰ ਸਿੰਘ ਦੇ ਸਾਹਮਣੇ ਉਹ ਵੀ ਕੁਛ ਨਹੀਂ ਸੀ। ਸ਼ਿਕਾਰ ਖੇਡਣ ਦਾ ਇਹ ਖਾਸ ਪ੍ਰਸਿੱਧ ਹੈ ਤੇ ਸੂਰ ਨੂੰ ਭਾਲੇ ਨਾਲ ਮਾਰ ਦਿੰਦਾ ਸੀ। ਦਾਨ ਦੇ ਵਿੱਚ ਇਹ ਹਾਤਮ ਨਾਲੋਂ ਵੀ ਘੱਟ ਨਹੀਂ। ਵਿੱਦਿਆ ਦਾ ਬਹੁਤ ਸ਼ੌਂਕ ਸੀ। 1947 ਬਿਕਰਮੀ ਨੂੰ ਖਾਲਸਾ ਕਾਲਜ ਖੋਲ੍ਹਣ ਸਮੇਂ ਇਹਨੇ 1.5 ਲੱਖ ਰੁਪਈਆ ਦਿੱਤਾ। ਉਸੇ ਤਰ੍ਹਾਂ ਹੋਰ ਭਲੇ ਦੇ ਕੰਮਾਂ 'ਚ ਸਦਾ ਖੁੱਲ੍ਹੇ ਦਿਲ ਨਾਲ ਹਿੱਸਾ ਲੈਂਦਾ ਰਿਹਾ। ਅੰਗਰੇਜ਼ੀ ਸੱਭਿਅਤਾ ਨੂੰ ਬਹੁਤ ਪਸੰਦ ਕਰਦਾ ਸੀ। ਦੁਸਹਿਰੇ ਵਾਲੇ ਦਿਨ 1891 ਈਸਵੀ ਨੂੰ ਇਹਦੇ ਗ੍ਰਹਿ ਵਿੱਚ ਰਿਆਸਤ ਦਾ ਵਲੀ ਅਹਿਦ ਪੈਦਾ ਹੋਇਆ। ਇਹ ਖਬਰ ਉਸ ਵੇਲੇ ਮਹਾਰਾਜੇ ਨੂੰ ਸ਼ਿਮਲੇ ਤੋਂ ਮਿਲੀ ਸੀ ਤਾਰ ਰਾਹੀਂ, ਤੇ ਦੁਸਹਿਰੇ ਦੇ ਦਰਬਾਰ ਲਈ ਉਸੇ ਵੇਲੇ ਜਾ ਰਹੇ ਸੀ। ਖੁਸ਼ੀ ਵਿੱਚ ਹਜ਼ਾਰਾਂ ਰੁਪਏ ਖਰਚ ਕੀਤੇ। ਅਹਿਲਕਾਰਾਂ ਨੂੰ ਖਿਲਤਾਂ, ਨੌਕਰਾਂ ਚਾਕਰਾਂ ਨੂੰ ਨਾਮ ਮਿਲੇ। ਇਹ ਮਹਾਰਾਜਾ ਨਰਿੰਦਰ ਸਿੰਘ ਕ੍ਰਿਕਟ ਦਾ ਵੀ, ਘੋੜ ਦੌੜ ਦਾ, ਪੋਲੋ, ਸ਼ਿਕਾਰ ਖੇਡਣ ਦਾ ਇਹਨੂੰ ਬਹੁਤ ਸ਼ੌਂਕ ਸੀ, ਜਿਸ ਕਰਕੇ ਲਖਨਊ, ਬੰਬੇ, ਪੂਨੇ ਇਤਿਆਦਿਕ ਤੱਕ ਜਾ ਕੇ ਬੜੀਆਂ ਬੜੀਆਂ ਮਸ਼ਹੂਰ ਅੰਗਰੇਜ਼ੀ ਤੇ ਦੇਸੀ ਪਾਰਟੀਆਂ ਨਾਲ ਖੇਡ ਕੇ ਨੇ ਕੱਪ ਜਿੱਤੇ, ਹੋਰ ਚੀਜ਼ਾਂ ਜਿੱਤੀਆਂ, ਜਿਹਦੇ ਨਾਲ ਬਾਗ ਬਾਰਾਂਦਰੀ ਵਿੱਚ ਇੱਕ ਖਾਸ ਕਮਰਾ ਸਜਾਇਆ ਹੋਇਆ, ਜਿਹਦੇ ਵਿੱਚ ਕੁਝ ਜਿੱਤੇ ਹੋਏ ਕੱਪ ਰੱਖੇ ਗਏ। ਉਹਨਾਂ ਵਿੱਚ ਸਿਵਲ ਸਰਵਿਸ ਕੱਪ ਲਖਨਊ ਦਾ, ਫਿਰ ਧੌਲਪੁਰ ਵਾਲਾ ਕੱਪ, ਹੋਰ ਕਲਕੱਤੇ ਦੇ, ਧੌਲਪੁਰ ਦੇ, ਤੁਰੰਗ ਘੋੜਾ ਗੁਜਰਾਤ ਵਾਲਾ। ਇਹ ਵੱਖ-ਵੱਖ ਸਮਿਆਂ ਦੇ ਉੱਤੇ ਗਿਆਨੀ ਜੀ ਨੇ ਲਿਖੇ ਆ ਵੀ ਕੋਈ 1892 ਜਿੱਤਿਆ, ਕੋਈ 1890 'ਚ ਜਿੱਤਿਆ। ਇਉਂ ਕਈ ਤਰ੍ਹਾਂ ਦੇ ਇਹ ਉੱਥੇ ਜਿਹੜੇ ਆ ਸਾਰੇ ਰੱਖੇ ਹੋ ਸੀ। ਕਿਤੇ ਕਪੂਰਥਲਿਓਂ ਜਿੱਤਿਆ, ਕਿਤੇ ਕਿਸੇ ਜਗ੍ਹਾ ਤੋਂ। ਇਹ ਖੇਡਾਂ ਦੇ ਵਿੱਚ ਬੜਾ ਉਦੁੱਤੀ ਹੋਣ ਤੋਂ ਬਿਨਾਂ ਮਹਾਰਾਜਾ ਇਹ ਜ਼ਮਾਨੇ ਵਿੱਚ ਆਪਣੇ ਜਿਹਾ ਬਹਾਦਰ ਵੀ ਸੀ, ਕਿਉਂਕਿ ਉਸ ਵੇਲੇ ਕੋਈ ਹੋਰ ਐਸਾ ਨਜ਼ਰ ਨਹੀਂ ਸੀ ਪੈਂਦਾ ਜਿਹੜਾ ਭਾਲੇ ਦਾ ਤੇ ਤਲਵਾਰ ਨਾਲ ਸ਼ੇਰ ਦਾ ਸ਼ਿਕਾਰ ਕਰੇ। ਇਹਨੇ ਸੈਂਕੜੇ ਖੂੰਖਾਰ ਸੂਰ ਭਾਲੇ ਨਾਲ ਹੀ ਮਾਰਤੇ। ਇਹ ਨਰਿੰਦਰ ਸਿੰਘ ਨੇ ਖੇਲਾਂ ਤੇ ਸ਼ਿਕਾਰ ਵਿੱਚ ਵੱਡੇ ਵੱਡੇ ਅੰਗਰੇਜ਼ਾਂ ਦੇ ਮਹਾਰਾਜਿਆਂ ਨੂੰ ਪਿੱਛੇ ਸੁੱਟਤਾ। ਇਹਦੀ ਦਰਿਆ ਦਿਲੀ, ਦਾਨ ਦੀ ਧਾਕ ਵੀ ਦੇਸ਼ 'ਚ ਪੈ ਗਈ, ਕਿਉਂਕਿ ਮਹਾਰਾਜਾ ਕੱਖ ਲੱਖ ਬਖਸ਼ਣਾ ਇੱਕੋ ਜਿਹਾ ਸਮਝਦਾ ਸੀ। ਆਪਣੇ ਮੁਲਜ਼ਮਾਂ ਨੌਕਰਾਂ ਹਾਲ ਤੇ ਤਰਸ ਕਰਨ ਵਾਲਾ ਐਸਾ ਕੋਈ ਮਹਾਰਾਜਾ ਨਹੀਂ ਹੋਇਆ। ਰਹਿਮ ਦਿਲ ਇੰਨਾ ਸੀ, ਕਿਸੇ ਕਿਸੇ ਮੁਲਾਜ਼ਮ ਨੂੰ ਹਟਾਏ ਜਾਣ ਦਾ ਕਾਗਜ਼ ਪੇਸ਼ ਹੁੰਦਾ, ਬਹੁਤ ਸੋਚ ਵਿਚਾਰ ਦੇ ਮਗਰੋਂ ਹੀ ਕਿਸੇ ਨੂੰ ਹਟਾਉਂਦਾ ਸੀ, ਨਹੀਂ ਤਾਂ ਵਾਹ ਲੱਗਦੇ ਇਹ ਦਰਖਾਸਤ ਮਨਜ਼ੂਰ ਨਹੀਂ ਸੀ ਕਰਦਾ। ਭਲੇ ਅਵੰਦਰਦੇ ਦਾ ਬਹਾਦਰ ਸੀ। ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਇਹਨੇ ਲੜਾਈਆਂ ਵੀ ਜਿਹੜੀਆਂ ਹਨ, ਜੰਗਾਂ ਦੇ ਵਿੱਚ ਵੀ, ਜਿਹੜੀ ਕਿ ਯੂਸਫ ਜਈ ਪਠਾਨਾਂ ਨਾਲ ਅੰਗਰੇਜ਼ਾਂ ਦੀ ਜਦੋਂ ਅਣਬਣ ਹੋਈ, ਉਸ ਸਮੇਂ 1897 ਈਸਵੀ ਦੀ ਲੜਾਈ ਕਿੰਨਾ ਚਿਰ ਚੱਲੀ, ਉਹਦੇ ਵਿੱਚ ਵੀ ਇਹਨੇ ਹਿੱਸਾ ਲਿਆ। ਤੇ ਇਹੋ ਜਿਹੀਆਂ ਜਿਹੜੀਆਂ ਨੇ ਸਮੇਂ ਦੇ ਵੇਲੇ ਮਹਾਰਾਜਾ ਸਾਹਿਬ ਜਦੋਂ ਜੰਗ ਵਿੱਚ ਜਾਣ ਦੀ ਦਰਖਾਸਤ ਦੀ ਝੱਟ ਲਾਰਡ ਸਾਹਿਬ ਨੇ ਮਨਜ਼ੂਰ ਕਰ ਲਈ, ਲੜਾਈ 'ਚ ਜਾਣ ਦੀ ਆਗਿਆ ਦੇਤੀ। ਫਿਰ ਇਹ ਐਸਾ ਮਹਾਰਾਜਾ 28 ਭਾਦਰੋਂ 1954 ਮੁਤਾਬਕ 11 ਸਤੰਬਰ 1897 ਨੂੰ ਉੱਥੋਂ ਚੱਲਿਆ, ਪਟਿਆਲੇ ਆਇਆ ਪਸ਼ਾਵਰ ਜਾਣ ਦੀ ਤਿਆਰੀ ਕਰਕੇ। ਉਸ ਦਿਨ ਇਹ ਮੋਤੀ ਬਾਗ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਦੇ ਵਾਸਤੇ ਗਿਆ। ਉੱਥੇ ਜਦੋਂ ਗਿਆਨੀ ਗਿਆਨ ਸਿੰਘ ਜੀ ਗ੍ਰੰਥੀ ਸਨ, ਜਿਨ੍ਹਾਂ ਨੇ ਇਤਿਹਾਸ ਲਿਖਿਆ, ਅਰਦਾਸਾ ਕਰਕੇ ਮਹਾਰਾਜਾ ਸਾਹਿਬ ਵਾਸਤੇ ਜਦੋਂ ਆਵਾਜ਼ਾਂ ਲਿਆ, ਭਾਵ ਹੁਕਮਨਾਮਾ ਹੋਇਆ, ਤਾਂ ਬਚਨ ਆਇਆ, ਫਾਹੇ ਕਾਟੇ ਮਿਟੇ ਗਵਨ, ਫਤਿਹ ਭਈ ਮਨ ਜੀਤ, ਨਾਨਕ ਗੁਰ ਤੇ ਥਿਤ ਪਾਈ, ਫਿਰਨ ਮਿਟੇ ਨਿਤ ਨੀਤ। ਇਹ ਹੁਕਮ ਸੁਣ ਕੇ ਖੁਸ਼ੀ ਨਾਲ ਪ੍ਰਸ਼ਾਦ ਲੈ ਕੇ ਮਹਿਲਾਂ 'ਚ ਆਇਆ। ਮਾਤਾਵਾਂ ਨੂੰ ਮੱਥਾ ਟੇਕ ਕੇ ਸੀਸ ਲਈ 1 ਵਜੇ ਗੱਡੀ ਵਿੱਚ ਮੁਸਾਹਿਬਾਂ ਨਾਲ ਰਵਾਨਾ ਹੋ ਗਿਆ। ਪਸ਼ਾਵਰ ਪਹੁੰਚਿਆ 13 ਸਤੰਬਰ ਨੂੰ। ਨਿਯਮਾਂ ਦੇ ਸਹਿਤ ਇਹਨੂੰ ਸਲਾਮੀ ਹੋਈ। ਸਾਰੇ ਰਈਸਾਂ ਨੇ ਫਤਿਹ ਬੁਲਾਈ, ਖੁਸ਼ੀ ਮਨਾਈ ਤੇ ਜੰਗ ਦੇ ਰੰਗ ਵਿੱਚ ਮੱਤਿਆ ਹੋਇਆ ਪ੍ਰਸ਼ਾਦ ਛਕ ਕੇ ਉਸੇ ਦਿਨ ਡਾਕ ਤੇ ਸਵਾਰ ਹੋ ਕੇ ਸ਼ਬਦ ਘਰ ਪਹੁੰਚਿਆ। ਇਸ ਤਰ੍ਹਾਂ ਮਹਾਰਾਜੇ ਦੀ ਸਲਾਮੀ ਉੱਥੇ ਹੋਈ। 14 ਸਤੰਬਰ ਨੂੰ ਉੱਥੇ ਮੁਕਾਮ ਰੱਖ ਕੇ ਅੰਗਰੇਜ਼ਾਂ ਅਫਸਰਾਂ ਨਾਲ ਮਿਲਿਆ, ਸਮਾਨ ਲਿਆ ਲੜਾਈ ਦਾ, ਤੇ ਫਿਰ 15 ਸਤੰਬਰ ਨੂੰ ਘੋੜੇ ਤੇ ਸਵਾਰ ਹੋ ਕੇ ਲੜਾਈ ਲਈ ਅੱਗੇ ਵਧਿਆ।
ਕੁਝ ਐਸਾ ਵੀ ਰਸਤਾ ਸੀ ਜਿੱਥੋਂ ਮਹਾਰਾਜੇ ਨੂੰ 8-10 ਮੀਲ ਪੈਦਲ ਵੀ ਜਾਣਾ ਪਿਆ, ਇੱਕ ਪਾਣੀ ਤੱਕ ਦੀ ਬੂੰਦ ਨਹੀਂ ਮਿਲੀ। ਧੁੱਪ ਤੇ ਗਰਮੀ ਦਾ ਜ਼ੋਰ, ਤੀਜਾ ਦੁਸ਼ਮਣਾਂ ਦਾ ਖਤਰਾ ਕਿ ਕਿਤੇ ਪਰਬਤਾਂ 'ਚੋਂ ਇਹਨਾਂ ਨਿਕਲ ਆਉਣ। ਹੋਰ ਉਸ ਸਮੇਂ ਗੰਧਰਵ ਨਦੀ ਤੇ ਪੜਾਓ ਕੀਤਾ, ਉੱਥੇ ਨਦੀ ਦਾ ਪਾਣੀ ਪੀਤਾ। ਖਾਣਾ ਵੀ ਲਾਂਗਰੀ ਦੇ ਨਾ ਪੁੱਜ ਸਕਣ ਕਾਰਨ ਸਰਦਾਰਾਂ ਨੂੰ ਤਿਆਰ ਕਰਨਾ ਪਿਆ। ਇਸ ਤਰ੍ਹਾਂ ਇਹ ਫਿਰ ਮਹਾਰਾਜਾ ਲੜਾਈ ਵਿੱਚ ਪਹੁੰਚਿਆ, ਜਿੱਥੇ ਦੁਸ਼ਮਣ ਦੇ ਢੋਲ ਢਮੱਕੇ ਆਵਾਜ਼, ਝੰਡੀਆਂ ਵਿਖਾਈ ਦਿੰਦੀਆਂ। ਦੁਸ਼ਮਣ ਦਬਿਆ ਰਿਹਾ, ਲੜਾਈ ਮੱਧਮ ਰਹੀ। 16 ਅੱਸੂ ਨੂੰ ਫਿਰ ਉੱਥੋਂ ਚੱਲ ਕੇ ਲਕਰਈ ਪਹੁੰਚਿਆ। ਲੜਾਈ ਤਾਂ ਉਸ ਦਿਨ ਵੀ ਨਹੀਂ ਹੋਈ, ਪਰ 2 ਅੰਗਰੇਜ਼ੀ ਫੌਜ ਦੇ ਆਦਮੀ ਪਠਾਣਾਂ ਦੇ ਹੱਥੋਂ ਮਾਰੇ ਗਏ। ਇਸ ਤਰ੍ਹਾਂ ਲੜਾਈ ਦੇ ਵਿੱਚ ਹੋਰ ਬੜੇ ਘੋੜੇ ਖੱਚਰਾਂ ਮਾਰੇ ਗਏ। ਫਿਰ ਦੁਸ਼ਮਣ ਤੇ ਜਦੋਂ ਧਾਵਾ ਕੀਤਾ ਗਿਆ, ਲਕਰਈ ਤੋਂ ਅੱਗੇ ਵਧੇ, ਤਾਂ ਮਹਾਰਾਜੇ ਦੀ ਫੌਜ ਤੇ ਗੋਲੀਆਂ ਦਾ ਮੀਂਹ ਵਸਣ ਲੱਗਿਆ। ਇੱਧਰੋਂ ਵੀ ਫਿਰ ਮੂੰਹ ਤੋੜ ਉੱਤਰ ਮਿਲਿਆ। ਤੇ ਇਹ ਉਹ ਸਮਾਂ ਉਮੀਦ ਸੀ ਪੂਰਾ ਮਹਾਰਾਜੇ ਦੀ ਇਹ ਸੈਨਾ ਮਿੰਟਾਂ ਹੀ ਦੁਸ਼ਮਣ ਦਾ ਸਫਾਇਆ ਕਰ ਲੈਂਦੀ। ਉਦੋਂ ਨੂੰ 13 ਨਵੰਬਰ ਨੂੰ ਅੰਗਰੇਜ਼ੀ ਰੈਜੀਮੈਂਟ ਰਸਾਲੇ ਦੀ ਮਦਦ ਪਹੁੰਚ ਗਈ। ਕਰਨੈਲ ਹੀਰਾ ਸਿੰਘ ਦੇ ਰਸਾਲੇ ਨੂੰ ਵਾਪਸ ਕੀਤਾ ਗਿਆ। ਉਹ ਜੰਗ ਵਿੱਚ ਦੋਹਾਂ ਤਰਫਾਂ ਦੇ ਬਹੁਤ ਸਾਰੇ ਆਦਮੀ ਮਾਰੇ ਗਏ ਤੇ ਮਹਾਰਾਜਾ ਸਾਹਿਬ ਵੀ ਵੀਰ ਰਸ ਵਿੱਚ ਰੰਗਿਆ ਹੋਇਆ ਦੁਸ਼ਮਣਾਂ ਦੇ ਪਿੰਡੇ ਨੂੰ ਸਾੜਦਾ, ਫਸਲਾਂ ਉਜਾੜਦਾ, ਸਾਹਮਣੇ ਆਉਂਦੀ ਮੌਤ ਦੇ ਘਾਟ ਉਤਾਰਦਾ ਅੱਗੇ ਵਧਿਆ ਗਿਆ। ਸਾਰੀ ਰਾਤ ਤੇ ਦਿਨ ਲੜਾਈ ਹੁੰਦੀ ਰਹੀ ਤੇ ਇਹ 22 ਅੱਸੂ ਦਾ ਮੁਕਾਮ ਜਰੂਬੀ ਸੀ। ਇਸੇ ਥਾਂ ਜਿਹੜਾ ਅਸਲ ਫਸਾਦੀਆਂ ਦਾ ਕੇਂਦਰ ਸੀ, ਫਿਰ ਉਧਰ ਨੂੰ ਕੂਚ ਹੋਇਆ ਤੇ ਇਉਂ ਜਗ੍ਹਾ ਜਗ੍ਹਾ ਤੇ ਚੱਲਦਿਆਂ ਹੋਇਆਂ ਜਿਹੜਾ ਹੈ ਇੱਥੇ ਮਹਾਰਾਜੇ ਨਾਭੇ ਦੀ ਫੌਜ ਵੀ ਲੜਾਈ ਵਿੱਚ ਗਈ ਹੋਈ ਸੀ। ਇਸ ਤਰ੍ਹਾਂ ਇਹਨਾਂ ਦੀਆਂ ਫਤਿਹ ਹੋਈਆਂ। ਇਹ ਜਿਹੜਾ ਮਹਾਰਾਜਾ ਸੀ, ਇਹਨੂੰ ਸਾਰੇ ਲੋਹੇ ਦੇ ਸਰੀਰ ਵਾਲਾ ਦੇਵਤਾ ਕਹਿੰਦੇ ਹੁੰਦੇ ਸੀ। ਫਤਿਹ ਪਾ ਕੇ ਆਉਣ ਦੀ ਖਬਰ ਸ਼ਹਿਰ ਛਾਉਣੀ ਪਸ਼ਾਵਰ 'ਚ ਧੁੰਮਾਂ ਪੈ ਗਈਆਂ। ਲੋਕ ਦਰਸ਼ਨਾਂ ਨੂੰ ਆਏ ਇਸ ਦੇ। ਫਿਰ ਸਵਾਰ ਹੋ ਕੇ ਗੱਡੀ ਤੇ 16 ਅੱਸੂ ਨੂੰ ਇਹਦੀ ਸਲਾਮੀ ਹੋਈ। ਅੰਗਰੇਜ਼ੀ ਬਾਜੇ ਵੱਜੇ। ਸ਼ਹਿਰ ਦੇ ਸਿੱਖਾਂ ਨੇ ਇਹਦੇ ਤੇ ਫੁੱਲਾਂ ਦੀ ਵਰਖਾ ਕੀਤੀ। ਇਹ ਗੁੱਜਰਾਂ ਵਾਲੇ ਸ਼ਹਿਰ ਦੇ ਸਿੱਖਾਂ ਮਹਾਰਾਜੇ ਦੇ ਫਤਿਹ ਪਾ ਕੇ ਮੁੜਨ ਤੇ ਗੱਡੀ ਤੇ ਫੁੱਲਾਂ ਦੀ ਵਰਖਾ। ਲੁਧਿਆਣੇ ਦੇ ਮੁਕਾਮ ਤੇ ਬਲਵੰਤ ਸਿੰਘ ਰਈਸ ਭਦੌੜ ਵਾਲੇ ਨੇ ਫਿਰ ਡਾਲੀ ਆਦਿਕ ਤੋਹਫੇ ਵਜੋਂ ਪੇਸ਼ ਕੀਤੇ। ਇਸ ਤਰ੍ਹਾਂ ਇਹ ਜਿਹੜਾ ਰਾਜਾ ਸੀ, ਬੜੇ ਇਹਨੇ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਆ ਮਲਕੇ ਮਾਰੇ। ਕਈ ਜਿਹੜੇ ਲੜਾਈ ਦੇ ਵਿੱਚ ਜਰਨੈਲ ਕਰਨੈਲ ਜਿਹੜੇ ਇਹਦੇ ਨਾਲ ਗਏ ਤੇ ਇਉਂ ਚੰਗੇ ਚੰਗੇ ਜਿਹੜੇ ਸਨ, ਵੀਰ ਸਿੰਘ ਲਾਂਗਰੀ, ਮੰਗਲ ਸਿੰਘ ਮਾਸ਼ਗੀ, ਗੁਰਦਿੱਤ ਸਿੰਘ, ਸੰਤ ਖਾਲਸਾ, ਹੋਰ ਜਿਹੜੇ 33 ਜਾਣੇ ਮੁੱਖ ਸਵਾਰ, ਕਿਸ਼ਨ ਸਿੰਘ ਰੂੜੇਕਾ ਤੇ ਸਰਦਾਰ ਜਵਾਹਰ ਸਿੰਘ ਦਾ ਪੁੱਤ ਹਰਦਿੱਤ ਸਿੰਘ, ਇਹੋ ਜਿਹੇ। ਇਹ ਮਹਾਰਾਜਾ ਰਜਿੰਦਰ ਸਿੰਘ ਦੇ ਕਾਬਲੀ ਮਲਖਈਏ ਦੀ ਲੜਾਈ 'ਚ ਫਤਿਹ ਪਾ ਕੇ ਮੁੜਨ ਦੀ ਖੁਸ਼ੀ 'ਚ ਫਿਰ ਬਹੁਤ ਵੱਡਾ ਪਟਿਆਲੇ ਜਲਸਾ ਹੋਇਆ, ਜਿਹਦੇ ਵਿੱਚ ਅੰਗਰੇਜ਼ ਅਫਸਰ ਵੀ ਚੰਗੇ ਚੰਗੇ ਪਹੁੰਚੇ। ਮਾਲਵੇ ਦੇ ਰਈਸ ਹਾਜ਼ਰ ਹੋਏ, ਦਰਬਾਰ ਹੋਇਆ ਤੇ ਉਸ ਸਮੇਂ ਵੈਸਰਾਏ ਅੰਗਰੇਜ਼ ਅਫਸਰ ਨੇ ਇਹਦੀ ਬਹਾਦਰੀ ਦੇ ਪ੍ਰਸ਼ੰਸਾ ਕੀਤੀ ਤੇ ਇਉਂ ਅੰਗਰੇਜ਼ੀ ਢੰਗ ਦੇ ਨਾਲ ਇਹਨੂੰ ਤਗਮਾ ਪਾ ਕੇ ਖੁਸ਼ੀ ਦੇ ਜਕਾਰੇ ਗਜਾਏ। ਸਮਾਂ ਹੁੰਦੀਆਂ ਤੋਪਾਂ ਦੀਆਂ ਸਲਾਮੀਆਂ ਹੋਈਆਂ। ਉਸ ਸਮੇਂ ਮਹਾਰਾਜਾ ਪਟਿਆਲੇ ਨੂੰ ਵੈਸਰਾਈਗਲ ਦਰਬਾਰ ਦੇ ਵਿੱਚ ਪੰਜਾਬ ਦੇ ਰਈਸਾਂ ਵਿੱਚੋਂ ਸਭ ਤੋਂ ਅਮਲ ਤੇ ਜੰਮੂ ਵਾਲੇ ਰਾਜੇ ਨੂੰ ਦੂਜੇ ਦਰਜੇ ਦੀ ਜਗ੍ਹਾ ਮਿਲਦੀ ਸੀ। 21 ਤੋਪਾਂ ਦੀ ਇਹਨੂੰ ਸਲਾਮੀ ਹੁੰਦੀ ਸੀ। ਕਿਉਂ ਰਿਆਸਤ ਵਿੱਚ ਫੌਜ ਦੀ ਗਿਣਤੀ 8-9 ਹਜ਼ਾਰ ਦੇ ਕਰੀਬ, ਜਿਹਦੇ ਵਿੱਚੋਂ 17 ਫੌਜੀ ਅੰਗਰੇਜ਼ੀ ਤਰੀਕੇ ਦਾ ਤਿਆਰ ਹੋਇਆ। ਅੰਗਰੇਜ਼ਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਸੀ। ਇਹੋ ਜਿਹੇ ਸਮੇਂ ਸਨ। ਇਹਦੇ ਚੰਗੇ ਅਫਸਰ ਸਨ ਪ੍ਰੀਤਮ ਸਿੰਘ ਬਖਸ਼ੀ, ਵਸਾਵਾ ਸਿੰਘ ਦੇ ਪੋਤਰੇ, ਜਨਰਲ ਦੇ ਅਹੁਦੇ ਤੇ ਸਰਦਾਰ ਹੀਰਾ ਸਿੰਘ ਸਾਹਿਬ ਬਹਾਦਰ ਰਾਏਪੁਰੀਆ। ਇਹ ਦੋਵੇਂ ਸੱਜਣ ਬੜੇ ਚੰਗੇ ਜਾਣੂ ਸੀ ਫੌਜ ਦੇ। ਵਜ਼ੀਰ ਗੁਰਦਿੱਤ ਸਿੰਘ, ਇਹੋ ਜਿਹੇ ਜਿਹਦੇ ਵਿੱਚ ਫਿਰ ਕਮਰ ਸਾਹਿਬ ਬਹਾਦਰ ਰਣਵੀਰ ਸਿੰਘ, ਪ੍ਰੈਜ਼ੀਡੈਂਟ ਸਰਦਾਰ ਗੁਰਮੁਖ ਸਿੰਘ, ਇਹੋ ਜਿਹੇ ਅਹਿਲਕਾਰ ਸਲਾਹਕਾਰ। ਇਹਨਾਂ ਦੀ ਤਨਖਾਹ ਉਦੋਂ ਉਹਨਾਂ ਸਮਿਆਂ 'ਚ 1000 ਰੁਪਈਆ ਸੀ। ਤੇ ਇਹੋ ਜਿਹੇ ਜਿਹੜੇ ਚੰਗੇ ਚੰਗੇ। ਫਿਰ ਇਹ ਜਾਣੋ ਕਿ ਇਹ ਤੋਂ ਬਾਅਦ ਫਿਰ ਜਿਹੜੀ ਇਹ ਰਿਆਸਤ ਹੈ ਪੂਰਨ ਤੌਰ ਤੇ ਅੰਗਰੇਜ਼ਾਂ ਦੇ ਅਧੀਨ ਹੋ ਗਈ
ਭਾਵੇਂ ਕਿ ਫਿਰ ਮਹਾਰਾਜੇ ਦਾ ਖਿਤਾਬ ਤੇ ਭੁਪਿੰਦਰ ਸਿੰਘ ਨੂੰ ਮਿਲਿਆ, ਪਰ ਉਹਨੇ ਜਿਹੜੇ ਅਖਤਿਆਰ ਵਗੈਰਾ ਨਹੀਂ ਸੀ ਹੁੰਦੇ, ਉਹ ਆਪਣਾ ਸਾਰਾ ਕੁਝ ਦੇਖਦਾ ਰਿਹਾ। ਇਉਂ ਇਹ ਜਿਹੜਾ ਹੈ ਪਟਿਆਲੇ ਰਿਆਸਤ ਦਾ, ਕਿਉਂਕਿ ਫੂਲਕੀਆ ਮਿਸਲ ਦਾ ਇਤਿਹਾਸ ਦੱਸ ਰਹੇ ਆ, ਇੱਥੇ ਪਟਿਆਲੇ ਵਾਲਿਆਂ ਦਾ ਇਤਿਹਾਸ ਸਮਾਪਤ ਹੋ ਜਾਂਦਾ। ਕੱਲ ਨੂੰ ਅੱਗੇ ਆਪਾਂ ਇਹ ਵੀ ਨਾਭੇ ਦਾ ਰਾਜ ਘਰਾਣਾ, ਇਹ ਵੀ ਫੂਲਕੀਆ ਮਿਸਲ ਦਾ ਹਿੱਸਾ ਸੀ, ਫੂਲਕਿਆਂ ਵਿੱਚੋਂ ਹੈ, ਉਹਦਾ ਆਪਾਂ ਇਹ, ਕਿਉਂਕਿ ਹੁਣ ਪਹਿਲਾਂ ਜਿਹੜੇ ਹੈ ਪਟਿਆਲੇ ਵਾਲੇ ਰਾਮ ਸਿੰਘ ਦੀ ਅੰਸ਼ਵੰਸ਼, ਹੁਣ ਤਰਲੋਕ ਸਿੰਘ ਦੀ ਅੰਸ਼ਵੰਸ਼, ਜਿਹੜੇ ਦੋਨੇ ਭਾਈ ਸੀ, ਦੂਜੇ ਦੀ ਇਹ ਫਿਰ ਨਾਭੇ ਵਾਲੇ ਹੋਏ, ਉਹਦੇ ਆਪਾਂ ਵਿਚਾਰ ਅੱਗੇ ਸਾਖੀਆਂ ਸਰਵਣ ਕਰਾਂਗੇ। ਟਾਈਮ ਹੋ ਗਿਆ ਸਮਾਪਤੀ ਦਾ, ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।